हाँ जी कर रहे हैं। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਆਪ ਜੀ ਨੂੰ ਅੱਜ ਦੀ ਗੁਰਮਤਿ ਕਲਾਸ ਵਿੱਚ ਜੀ ਆਇਆਂ। ਜਿਵੇਂ ਆਪ ਜੀ ਜਾਣਦੇ ਹੋ ਕਿ ਅਸੀਂ ਜਪ ਬਾਣੀ ਦੀ ਲੜੀਵਾਰ ਵਿਚਾਰ ਪੌੜੀ ਵਾਈਜ਼ ਵਿਚਾਰ ਪਿੱਛੇ ਕਰ ਚੁੱਕੇ ਹਾਂ। ਹੁਣ ਜਿਵੇਂ ਜਿਵੇਂ ਪੌੜੀਆਂ ਦੇ ਸੰਗ੍ਰਹਿ ਹਨ, ਉਹਨਾਂ ਦੀ ਅਸੀਂ ਸੰਖੇਪ ਜੀ ਵਿਚਾਰ ਕਰ ਰਹੇ ਹਾਂ। 16 ਪੌੜੀਆਂ ਤੱਕ ਅਸੀਂ ਵਿਚਾਰ ਕਰ ਚੁੱਕੇ ਹਾਂ। ਅਸੰਖ ਦੀਆਂ 3 ਪੌੜੀਆਂ ਜਪ ਬਾਣੀ ਵਿੱਚ ਆਉਂਦੀਆਂ ਹਨ। ਤੋ ਅੱਜ ਵੀਰ ਪ੍ਰਭ ਕੀਰਤਨ ਸਿੰਘ ਜੀ ਜੋ ਰੋਜ਼ ਇਹਨਾਂ ਦੀ ਲੜੀਵਾਰ ਵਿਚਾਰ ਕਰ ਰਹੇ ਹਨ, ਉਹ ਆਪ ਜੀ ਦੇ ਨਾਲ ਇਹਨਾਂ ਪੌੜੀਆਂ ਦੀ ਸੰਖੇਪ ਵਿਚਾਰ ਸਾਂਝੀ ਕਰ ਰਹੇ ਹਨ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਦੇ ਇਹ ਵਿਚਾਰ ਆਰੰਭ ਕੀਤੀ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਪਾਂ ਕੱਲ 16ਵੀਂ ਪੌੜੀ ਤੱਕ ਵਿਚਾਰ ਕੀਤੀ ਸੀ, ਜਿਹਦੇ ਵਿੱਚ ਸਤਿਗੁਰੂ ਜੀ ਨੇ ਜੋ ਪੰਚ ਦੀ ਅਵਸਥਾ ਨੂੰ ਪ੍ਰਾਪਤ ਹੋ ਚੁੱਕੇ ਜਗਿਆਸੂ ਦੀ ਗੱਲ ਕੀਤੀ ਸੀ। ਤੋ ਸਤਿਗੁਰੂ ਜੀ ਨੇ ਇਹ ਪੌੜੀ ਜੋ 16ਵੀਂ ਹੈ, ਉਹ ਸਤਿਗੁਰੂ ਜੀ ਨੇ ਜਿਹੜਾ ਅੱਗੇ ਦੀ ਲੜੀ ਇੱਥੋਂ ਸ਼ੁਰੂ ਕੀਤੀ ਹੈ, ਸੁਣਿਆ ਤੇ ਮੰਨਿਆ ਦੀਆਂ ਪੌੜੀਆਂ ਤੋਂ ਬਾਅਦ, ਇਹ ਜਿਹੜੀ 16ਵੀਂ ਪੌੜੀ ਹੈ, ਇਹ ਇੱਕ ਪੁੱਲ ਦਾ ਬ੍ਰਿਜ ਦਾ ਕੰਮ ਕਰਦੀ ਹੈ। ਜੋ ਪਿੱਛੇ ਦਾ ਵਿਸ਼ਾ ਹੈ ਚੱਲ ਰਿਹਾ ਸੀ, ਉਹ ਅਵਸਥਾ ਤੱਕ ਪਹੁੰਚਾਉਣ ਦਾ, ਜਿਸ ਨੂੰ ਸਤਿਗੁਰਾਂ ਨੇ ਪੰਚਾਂ ਦੀ ਅਵਸਥਾ ਕਿਹਾ ਹੈ। ਅਤੇ ਅਗਲਾ ਜਿਹੜੇ ਇਸ ਪਾਸੇ ਸਤਿਗੁਰੂ ਸਾਨੂੰ ਲੈ ਕੇ ਜਾਣਾ ਚਾਹੁੰਦੇ ਸੀ ਕਿ ਅੱਗੋਂ ਜੋ ਰੁਕਾਵਟਾਂ ਨੇ ਉਹ ਸਤਿਗੁਰੂ ਜੀ ਨੇ ਉਹਦੇ ਵਿੱਚ ਦੱਸੀਆਂ, ਤੇ ਅੱਗੇ ਤੁਰਨ ਦਾ ਜੋ ਉਹਨਾਂ ਨੇ ਰਸਤਾ ਦੱਸਿਆ ਉਸ ਪੌੜੀ ਦੀਆਂ ਅੰਤਲੀਆਂ ਤੁਕਾਂ ਦੇ ਵਿੱਚ ਦੱਸਿਆ ਕਿ ਅੱਗੋਂ ਜਗਿਆਸੂ ਦੀ ਅਵਸਥਾ ਹੁਣ ਕੀ ਹੋਣੀ ਚਾਹੀਦੀ ਹੈ, ਉਹਦੀ ਸੋਚ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਉਹਦੇ ਵਿਚਾਰ, ਉਹਦੀ ਮਾਨਸਿਕ ਆਤਮਿਕ ਭਾਵਨਾਤਮਕ ਅਵਸਥਾ ਜਿਹੜੀ ਹੈ ਉਹ ਕੀ ਹੋਣੀ ਚਾਹੀਦੀ। ਤੋ ਇਹ ਪੌੜੀਆਂ ਜਿਹੜੀਆਂ ਦੇ ਇਸ 4 ਪੰਕਤੀਆਂ ਉਸ ਪੌੜੀ ਦੇ ਅਖੀਰ ਵਿੱਚ ਸਨ। ਇਹ ਅੱਗੇ ਦੀਆਂ 3 ਪੌੜੀਆਂ, ਜਿਹਨੂੰ ਅਸੀਂ ਅਸੰਖ ਦੀਆਂ ਪੌੜੀਆਂ ਕਹਿੰਦੇ ਹਾਂ, ਉਹਨਾਂ ਪੌੜੀਆਂ ਦੇ ਅੰਤ ਦੇ ਵਿੱਚ ਵੀ ਸਤਿਗੁਰਾਂ ਨੇ ਉਹੀ ਅੰਤਲੀਆਂ ਪੌੜੀਆਂ ਰੱਖੀਆਂ ਹਨ। ਤੋ ਇਉਂ ਜੇ ਇਸ ਹਿਸਾਬ ਨਾਲ ਦੇਖੀਏ ਤਾਂ ਇਹ 4 ਪੌੜੀਆਂ ਦਾ ਇੱਕ ਸਮੂਹ ਬਣ ਜਾਂਦਾ ਹੈ, 16ਵੀਂ ਤੋਂ ਲੈ ਕੇ ਤੇ 19ਵੀਂ ਪੌੜੀ ਤੱਕ। ਤੋ ਅਸਲ ਵਿੱਚ ਸਤਿਗੁਰਾਂ ਨੇ 16ਵੀਂ ਪੌੜੀ ਦੇ ਵਿੱਚ ਹੀ ਇਹ ਗੱਲ ਕਰ ਦਿੱਤੀ ਸੀ ਕਿ ਉਹ ਅਵਸਥਾ ਨੂੰ ਡਿਸਕ੍ਰਾਈਬ ਕਰਕੇ ਅੱਗੇ ਦਾ ਰਾਹ ਉਹਨਾਂ ਨੇ ਦੱਸ ਦਿੱਤਾ ਸੀ। ਤੇ ਇਹ ਜਿਹੜੀਆਂ 4 ਪੰਕਤੀਆਂ ਨੇ, ਜਿਹੜੀਆਂ ਆਪ ਜੀ ਦੇ ਸਾਹਮਣੇ ਪੌੜੀ ਡਿਸਪਲੇ ਕੀਤੀ ਗਈ ਹੈ, ਉਹਦੇ ਵਿੱਚ ਵੀ ਅੰਤਲੀਆਂ 4 ਪੰਕਤੀਆਂ ਜਿਹੜੀਆਂ ਨੇ ਉਹ ਇਹੀ ਹਨ। ਇਹ ਹੁਣ ਅੱਗੇ ਦੇ ਰਾਹ ਦਾ ਮਤਲਬ ਡਿਸਕ੍ਰਿਪਸ਼ਨ ਹੈ। ਅੱਗੇ ਜੋ ਸਤਿਗੁਰਾਂ ਨੇ ਰਾਹ ਸਾਨੂੰ ਸਮਝਾਉਣਾ ਹੈ, ਉਹਦਾ ਉਹ ਚਾਨਣ ਮੁਨਾਰਾ ਹੈ ਕਿ ਸਤਿਗੁਰੂ ਇਹ ਕਹਿ ਰਹੇ ਹਨ ਕਿ ਹੁਣ ਜਗਿਆਸੂ ਦੇ ਅੰਦਰ ਦੀ ਉਹ ਅਵਸਥਾ ਹੁਣ ਬਣੀ ਹੋਈ ਹੋਣੀ ਚਾਹੀਦੀ ਹੈ, ਜਿਹਦੇ ਵਿੱਚ ਉਹ ਸ਼ੁਕਰ ਦੀ ਅਵਸਥਾ ਵਿੱਚ ਹੋ। ਭਾਵ ਜਦੋਂ ਹੁਕਮ ਦੀ ਸੋਝੀ ਜਿਉਂ-ਜਿਉਂ ਬਣਦੀ ਹੈ, ਤਿਉਂ-ਤਿਉਂ ਸ਼ੁਕਰ ਦੀ ਅਵਸਥਾ ਆਉਣੀ ਕੁਦਰਤੀ ਹੈ। ਕਿਉਂਕਿ ਪਿੱਛੇ ਸਤਿਗੁਰਾਂ ਨੇ ਹੁਕਮ ਦੀ ਬੜੀ ਸੋਹਣੀ ਡਿਟੇਲ ਵਿੱਚ ਵਿਆਖਿਆ ਕੀਤੀ ਹੈ, ਸਾਨੂੰ ਸਮਝਾਇਆ ਹੈ। ਤੋ ਸਤਿਗੁਰੂ ਜੀ ਕਹਿੰਦੇ ਹਨ ਕਿ ਜਿਉਂ-ਜਿਉਂ ਇਹ ਅਵਸਥਾ ਬਣਦੀ ਹੈ, ਉਹ ਸ਼ੁਕਰ ਦੀ ਅਵਸਥਾ ਬਣ ਜਾਂਦੀ ਹੈ, ਅਥਾਹ ਪ੍ਰੇਮ ਦੀ ਅਵਸਥਾ ਬਣ ਜਾਂਦੀ ਹੈ, ਔਰ ਬਲਿਹਾਰ ਜਾਣ ਦੀ, ਵਾਰੇ ਜਾਣ ਦੀ ਅਵਸਥਾ ਬਣ ਜਾਂਦੀ ਹੈ, ਔਰ ਉਹਦੇ ਹੁਕਮ ਦੇ ਵਿੱਚ ਚੱਲਣ ਦੀ, ਰਾਜ਼ੀ ਰਹਿਣ ਦੀ, ਉਹਦੇ ਹੁਕਮ ਨੂੰ ਭਲੀ ਕਾਰ ਜਿਹੜੀ ਹੈ ਉਹ ਮੰਨਣ ਦੀ ਅਵਸਥਾ ਦਾ ਸਤਿਗੁਰਾਂ ਨੇ ਜ਼ਿਕਰ ਕੀਤਾ। ਤੇ ਜਿਹੜੀ ਅੰਤਲੀ ਪੰਕਤੀ ਹੈ ਇਹਨਾਂ 4 ਦੇ ਵਿੱਚੋਂ, ਤੂੰ ਸਦਾ ਸਲਾਮਤ ਨਿਰੰਕਾਰ, ਉਹਦੇ ਵਿੱਚ
ਹੁਣ ਸਲਾਮਤ ਹੋਣ ਦਾ ਅਰਥ ਜੋ ਹੈ ਕਿ ਤੂੰ ਸਦਾ ਸਥਿਰ ਹੈ, ਤੇ ਸਲਾਮਤ ਦਾ ਇੱਕ ਅਰਥ ਇਹ ਵੀ ਹੈ ਕਿ ਤੂੰ ਹੁਣ ਉਹ ਥਾਂ ਦੇ ਉੱਤੇ ਹਮੇਸ਼ਾ ਵਸਣ ਵਾਲਾ ਵੀ, ਤੂੰ ਹਰ ਥਾਂ ਦੇ ਉੱਤੇ ਸਲਾਮਤ ਹੈ, ਵਸ ਰਿਹਾ। ਇਹਨੂੰ ਅਸੀਂ ਇਉਂ ਹੀ ਇਹਦੇ ਅਰਥ, ਜੇ ਅਸੀਂ ਓਰੀਜਨਲ ਸ਼ਬਦ ਸਲਾਮਤ, ਜਿਸ ਤੋਂ ਇਸਲਾਮ ਦੇ ਵਿੱਚ ਸਲਾਮ ਦਾ ਵੀ ਲਫ਼ਜ਼ ਬਣਿਆ ਹੈ, ਤੋ ਉਹਦੇ ਵਿੱਚ ਇਹੀ ਹੈ, ਟਿਕਾ ਦੀ ਗੱਲ ਕੀਤੀ ਹੈ ਅਕਾਲ ਪੁਰਖ ਦੀ, ਇਸਲਾਮ ਵਿੱਚ ਵੀ ਕੀਤੀ ਜਾਂਦੀ ਹੈ ਕਿ ਉਹ ਪੀਸ ਕਹਿ ਦਿੰਦੇ ਹਨ, ਟਿਕਾ ਹੈ। ਤੋ ਇਹ ਸਤਿਗੁਰੂ ਜੀ ਨੇ ਕਿਹਾ ਵੀ ਹੁਣ ਉਹ ਅਵਸਥਾ ਬਣਨੀ ਹੈ ਜਿਹਦੇ ਵਿੱਚ ਉਹਦੀ ਹਜ਼ੂਰੀ ਦਾ ਜੀਵਨ ਜੀਣ ਦੀ ਅਵਸਥਾ ਬਣਨੀ। ਸੋ ਹੁਣ ਜਿਹੜੀ ਅਵਸਥਾ ਦੀ ਗੱਲ ਸਤਿਗੁਰੂ ਜੀ ਸਾਡੇ ਕੋਲ ਕਰ ਰਹੇ ਹਨ, ਉਹ ਅਵਸਥਾ ਬਣਾਉਣ ਦੀ ਗੱਲ ਕਰ ਰਹੇ ਹਨ ਜੋ ਜੀਵਨ ਦੀ ਰਜ਼ਾ ਦੀ ਅਵਸਥਾ ਹੈ, ਹਜ਼ੂਰੀ ਦੀ ਅਵਸਥਾ। ਹਰ ਜਗ੍ਹਾ ਤੇ ਉਸ ਅਕਾਲ ਪੁਰਖ ਦੇ ਆਪਣੀ ਕਿਰਤ ਵਿੱਚੋਂ ਦਰਸ਼ਨ ਹੋਣ ਦੀ ਅਵਸਥਾ ਹੈ, ਜਾਂ ਇਉਂ ਕਹਿ ਲਓ ਕਿ ਉਹਦੀ ਹਜ਼ੂਰੀ ਦਾ ਜੀਵਨ ਜੀਣ ਦੀ ਅਵਸਥਾ ਹੈ। ਤੇ ਹੁਣ ਦੀਆਂ ਜਿਹੜੀਆਂ 3 ਪੌੜੀਆਂ ਜਿਨ੍ਹਾਂ ਦੀ ਅੱਜ ਆਪਾਂ ਵਿਚਾਰ ਕਰਨੀ ਹੈ, ਜਿਨ੍ਹਾਂ ਨੂੰ ਅਸੀਂ ਅਸੰਖ ਦੀਆਂ ਪੌੜੀਆਂ ਆਮ ਤੌਰ ਤੇ ਕਹਿ ਦਿੰਦੇ ਹਨ, ਉਹ ਇਸੇ ਅਵਸਥਾ ਦੀ ਹੀ ਵਿਆਖਿਆ ਸਤਿਗੁਰਾਂ ਨੇ ਸਾਨੂੰ ਸਮਝਾਈ ਹੈ ਕਿ ਇਸ ਅਵਸਥਾ ਦੇ ਵਿੱਚ ਅਸੀਂ ਕਿਸ ਤਰ੍ਹਾਂ ਇਸ ਢੰਗ ਨਾਲ ਸਾਨੂੰ ਪਹੁੰਚਣ ਦੀ ਲੋੜ ਹੈ। ਤੋ ਪਿਛਲੀ ਪੌੜੀ ਸਤਿਗੁਰਾਂ ਨੇ 2 ਪੰਕਤੀਆਂ ਵਰਤੀਆਂ ਸਨ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆ। ਭਾਵ ਇਹ ਜਗਤ ਉਹਦੇ ਇੱਕ ਹੁਕਮ ਦੇ ਰਾਹੀਂ ਹੀ ਹੋਂਦ ਵਿੱਚ ਆਇਆ ਹੈ। ਤੋ ਹੁਣ ਉਹ ਜੋ ਜਗਤ, ਇਹ ਸਾਰੀ ਕੁਦਰਤ ਉਹਦੀ ਹੋਂਦ ਵਿੱਚ ਆਈ ਹੈ ਹੁਕਮ ਦੇ ਰਾਹੀਂ। ਹੁਣ ਉਹਦੇ ਚੋਂ ਸਤਿਗੁਰੂ ਜੀ ਸਾਨੂੰ ਪ੍ਰਭੂ ਦੇ ਦਰਸ਼ਨ ਕਰਵਾ ਰਹੇ ਹਨ, ਤੇ ਇਸ ਕਿਰਤ ਦੇ ਬਾਰੇ ਸਾਨੂੰ ਹੀ ਉਹ ਸਮਝਾ ਰਹੇ ਹਨ। ਤੋ ਪਹਿਲੀ ਪੌੜੀ ਦੇ ਵਿੱਚ ਸਤਿਗੁਰੂ ਜੀ ਨੇ ਉਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਹੈ, ਉਹਦੀ ਕਿਰਤ ਵਿੱਚੋਂ ਉਹ ਅਸੀਂ ਕਹੀਏ ਕਿ ਸਪੈਸੀਮਨ ਜਾਂ ਨਮੂਨੇ ਲਏ ਹਨ, ਜਿਹੜੇ ਉਹਦੀ ਕਿਰਤ ਦੇ ਉੱਤਮ ਨਮੂਨੇ ਮੰਨੇ ਜਾਂਦੇ। ਮਤਲਬ ਜਿਸ ਤਰ੍ਹਾਂ ਆਪ ਜੀ ਦੇ ਸਾਹਮਣੇ ਡਿਸਪਲੇ ਹੈ, ਤਰ੍ਹਾਂ ਤਰ੍ਹਾਂ ਦੇ ਜਪ, ਪੂਜਾ, ਗ੍ਰੰਥ, ਵੇਦ, ਤਿਆਗੀਆਂ ਜੋਗੀਆਂ ਦੀ ਗੱਲ ਹੈ, ਭਗਤਾਂ ਦੀ ਗੱਲ ਹੈ, ਸਤੀਆਂ ਦਾਤਿਆਂ ਦੀ ਗੱਲ ਹੈ, ਸੂਰਮਿਆਂ ਦੀ ਹੈ, ਰਿਸ਼ੀ ਮੁਨੀ। ਭਾਵ ਇਹਨਾਂ ਸਾਰਿਆਂ ਦਾ ਜ਼ਿਕਰ ਕਰਕੇ ਸਤਿਗੁਰੂ ਜੀ ਨੇ ਇਸ ਛੋਟੀ ਜਿਹੀ ਪੌੜੀ ਦੇ ਵਿੱਚ ਅਕਾਲ ਪੁਰਖ ਦੀ ਕਿਰਤ ਦੀ ਜਿਹੜੀ ਉੱਚੀ ਕਿਰਤ ਜਿੰਨੀ ਹੈ ਉਹਨੂੰ ਸਮੇਟ ਲਿਆ ਹੈ। ਉਹਦਾ ਪੂਰਾ ਰੇਂਜ ਸਤਿਗੁਰੂ ਜੀ ਨੇ ਸਾਡੇ ਸਾਹਮਣੇ ਡਿਸਕ੍ਰਾਈਬ ਕਰ ਦਿੱਤਾ ਹੈ। ਹੁਣ ਇਹ ਸਾਰੇ ਉਹ ਲੋਕ ਹਨ ਜਿਨ੍ਹਾਂ ਨੂੰ ਅਸੀਂ ਅਤਿ ਉੱਤਮ ਮੰਨਦੇ ਹਾਂ, ਇਹਨਾਂ ਦਾ ਸਤਿਕਾਰ ਕਰਦੇ ਹਾਂ, ਇਹਨਾਂ ਦੀ ਪੂਜਾ ਤੱਕ ਵੀ ਕਰਨ ਤੱਕ ਜਾਂਦੇ ਹਾਂ, ਇਹਨਾਂ ਨੂੰ ਦੇਵੀ ਦੇਵਤੇ ਵੀ ਮੰਨ ਲੈਂਦੇ ਹਾਂ ਜਿਨ੍ਹਾਂ ਵਿੱਚ ਇਹ ਸਾਰੇ ਗੁਣ ਹੁੰਦੇ ਹਨ। ਤੇ ਉਹਨਾਂ ਵਿੱਚੋਂ ਹੀ ਅਸੀਂ ਕਈ ਵਾਰਾਂ ਉਹਨਾਂ ਨੂੰ ਅਕਾਲ ਪੁਰਖ ਦੇ ਅਵਤਾਰ ਹੀ ਮੰਨ ਕੇ ਬੈਠ। ਤੋ ਕਹਿਣ ਤੋਂ ਭਾਵ ਇਹ ਹੈ ਕਿ ਇਹ ਸਾਰੇ ਉਹੀ ਹਨ ਜਿਨ੍ਹਾਂ ਨੂੰ ਅਸੀਂ ਉਹਦੀ ਕਿਰਤ ਦੇ ਅਤਿ ਉੱਤਮ ਨਮੂਨੇ ਕਹਿ ਸਕਦੇ। ਭਾਵੇਂ ਦੂਜੇ ਧਰਮਾਂ ਵਿੱਚ ਇਹਨਾਂ ਨੂੰ ਕਿਸ ਤਰ੍ਹਾਂ ਲਿਆ ਜਾਂਦਾ ਹੈ, ਕੋਈ ਅਵਤਾਰ ਮੰਨੇ, ਪੈਗੰਬਰ ਮੰਨੇ, ਕੁਝ ਵੀ ਮੰਨੇ, ਪਰ ਸਤਿਗੁਰਾਂ ਨੇ ਸਾਨੂੰ ਦੱਸਿਆ ਕਿ ਇਹ ਸਾਰੇ ਅਤਿ ਉੱਤਮ ਨਮੂਨੇ ਹਨ ਉਹਦੀ ਕਿਰਤ ਦੇ, ਔਰ ਉਹ ਹਨ ਜਿਨ੍ਹਾਂ ਦਾ ਅਸੀਂ ਸਾਰੇ ਸਤਿਕਾਰ ਵੀ ਕਰਦੇ ਹਾਂ ਕਿਉਂਕਿ ਇਹਨਾਂ ਵਿੱਚ ਗੁਣ ਹਨ। ਤੋ ਸਤਿਗੁਰੂ ਜੀ ਕਹਿੰਦੇ ਹਨ ਕਿ ਜਦੋਂ ਅਜਿਹੀਆਂ ਉੱਤਮ ਕਿਰਤਾਂ ਨੂੰ ਅਸੀਂ ਦੇਖਦੇ ਹਾਂ, ਤੋ ਕੁਦਰਤੀ ਗੱਲ ਹੈ ਕਿ ਭਗਤ ਦੀ ਅਵਸਥਾ ਉਸ ਪ੍ਰਭੂ ਦੀ ਇੰਨੀ ਸੁੰਦਰ ਚੰਗੀ ਕਿਰਤ ਨੂੰ ਵੇਖ ਕੇ ਉਹਦੀ ਕੀ ਅਵਸਥਾ ਬਣੇ? ਉਹਦੀ ਅਵਸਥਾ ਬਣੇਗੀ ਕਿ ਪ੍ਰਭੂ ਦੇ ਹੁਕਮ ਅੱਗੇ, ਪ੍ਰਭੂ ਦੇ ਅੱਗੇ ਸਿਰ ਨਿਵਾਉਣ ਵਾਲੀ ਅਵਸਥਾ ਬਣੇਗੀ। ਉਸ ਪ੍ਰਭੂ ਦੇ ਅੱਗੇ ਵਾਰੇ ਜਾਣ ਦੀ ਅਵਸਥਾ ਬਣਨੀ ਚਾਹੀਦੀ ਹੈ, ਅਤੇ ਉਹਦੇ ਅਕਾਲ ਪੁਰਖ ਨੂੰ ਹਰ ਥਾਂ ਦੇ ਉੱਤੇ, ਉਹਨਾਂ ਵਿੱਚੋਂ ਸਾਰਿਆਂ ਦੇ ਵਿੱਚੋਂ ਇਹ ਜਿਹੜੇ ਉੱਤਮ ਨਮੂਨੇ ਹਨ, ਉਹਨਾਂ ਵਿੱਚੋਂ ਸਾਨੂੰ ਅਕਾਲ ਪੁਰਖ ਦੇ ਦਰਸ਼ਨ ਹੁੰਦੇ ਪ੍ਰਤੀਤ ਹੁੰਦੇ ਆ। ਤੋ ਸਤਿਗੁਰੂ ਜੀ ਨੇ ਇੱਥੇ ਹੁਣ ਸਾਨੂੰ ਇੱਕ ਜਿਹੜਾ ਹੈ ਉਹ ਸਮੂਹ ਕਰਕੇ ਦੱਸਿਆ ਹੈ ਕਿ ਇਹ ਸਾਰੇ ਉਹ ਨਮੂਨੇ ਹਨ ਜਿਨ੍ਹਾਂ ਨੂੰ ਅਸੀਂ ਦੇਖ ਕੇ ਉਸ ਅਕਾਲ ਪੁਰਖ ਦੀ ਹੋਂਦ ਨੂੰ ਮਹਿਸੂਸ ਕਰ ਲੈਂਦੇ ਹਾਂ ਕਿ ਇੱਥੇ ਜਗਤ ਦੇ ਵਿੱਚ ਉਹ ਅਕਾਲ ਪੁਰਖ ਕਿੰਨਾ ਬੇਅੰਤ ਹੈ, ਜੋ ਇਸ ਕਿਸਮ ਦੀ ਰਚਨਾ ਬਣਾ ਰਿਹਾ ਹੈ ਜਿਨ੍ਹਾਂ ਦੇ ਵਿੱਚ ਇੰਨੇ ਗੁਣ ਹਨ, ਔਰ ਡਿਫਰੈਂਟ ਟਾਈਪ ਦੇ ਗੁਣ ਸਤਿਗੁਰਾਂ ਨੇ ਇਹਦੇ ਡਿਸਕ੍ਰਾਈਬ ਕੀਤੇ ਹਨ। ਕਿਤੇ ਬੀਰਤਾ ਦਾ ਹੈ, ਕਿਤੇ ਭਗਤੀ ਦਾ ਹੈ, ਕਿਤੇ ਤਿਆਗ ਦਾ ਹੈ,
ਤੇ ਕਿਤੇ ਹੋਰ ਸਾਰੇ ਗੁਣਾਂ ਦਾ ਸਤਿਗੁਰਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਗੁਣਾਂ ਵਾਲੇ ਵਿਅਕਤੀਆਂ ਨੂੰ ਦੇਖ ਕੇ ਤੇ ਇਹ ਮਨ ਦੇ ਵਿੱਚ ਅਵਸਥਾ ਇਹ ਬਣਨੀ ਚਾਹੀਦੀ ਹੈ ਭਗਤ ਦੀ, ਜੋ ਅਕਾਲ ਪੁਰਖ ਦੇ ਨਾਲ ਜੁੜਿਆ ਹੋਇਆ ਹੈ, ਕਿ ਤੇਰੀ ਕੁਦਰਤ ਕਿੰਨੀ ਬੇਅੰਤ ਹੈ, ਮੈਂ ਤਾਂ ਉਹਦਾ ਬਿਆਨ ਵੀ ਨਹੀਂ ਕਰ ਸਕਦਾ। ਮੈਂ ਚਾਹਾਂ ਵੀ ਤੇ ਮੈਂ ਇਹਦੇ ਉੱਤੇ ਕੁਰਬਾਨ ਵੀ ਹੋਣ ਦੀ ਸਮਰੱਥਾ ਮੇਰੇ ਵਿੱਚ ਨਹੀਂ ਹੈ। ਔਰ ਫਿਰ ਜਦੋਂ ਇਤਨੇ ਉੱਤਮ ਨਮੂਨੇ ਕੁਦਰਤ ਦੇ ਵੇਖ ਕੇ ਜੋ ਮਨੁੱਖ ਦੀ ਅਵਸਥਾ ਬਣਨੀ ਚਾਹੀਦੀ ਹੈ, ਉਹਦੇ ਵਿੱਚੋਂ ਫਿਰ ਇਹ ਤਾਂ ਸਾਰਾ ਕੁਝ ਚੰਗਾ ਲੱਗਣ ਵਾਲੀਆਂ ਚੀਜ਼ਾਂ ਹਨ। ਇਹਦੇ 'ਚ ਗਿਆਨ ਦੇ ਸਰੋਤ ਵੀ ਹਨ, ਪੂਜਾ ਦੇ ਢੰਗ ਵੀ ਹਨ, ਗ੍ਰੰਥ ਹਨ, ਵੇਦ ਹਨ, ਜਪ ਹਨ, ਤਪ ਹਨ, ਸਾਰਾ ਕੁਝ ਸਤਿਗੁਰਾਂ ਨੇ ਇਹਦੇ 'ਚ ਡਿਸਕ੍ਰਾਈਬ ਕੀਤਾ ਹੈ। ਤਾਂ ਫਿਰ ਇਹਦੇ 'ਚ ਕੀ ਅਵਸਥਾ ਬਣਨੀ ਚਾਹੀਦੀ ਹੈ ਕਿ ਮੈਂ ਤਾਂ ਇਹਨਾਂ ਦਾ ਵਿਚਾਰ ਵੀ ਨਹੀਂ ਕਰ ਸਕਦਾ, ਮੈਂ ਇਹਨਾਂ ਤੇ ਬਲਿਹਾਰ ਵੀ ਨਹੀਂ ਜਾ ਸਕਦਾ। ਤਾਂ ਫਿਰ ਸਤਿਗੁਰੂ ਕਹਿੰਦੇ ਹਨ, ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਹੁਣ ਇਹ ਤਾਂ ਸਾਰੀ ਜਿਹੜੀ ਕਾਰ ਹੈ, ਜਿਹੜੀ ਕਿਰਤ ਕੁਦਰਤ ਜੋ ਸਤਿਗੁਰਾਂ ਨੇ ਡਿਸਕ੍ਰਾਈਬ ਕੀਤੀ ਹੈ, ਇਹ ਤਾਂ ਸਿੱਧੇ ਤੌਰ ਤੇ ਭਲੀ ਕਾਰ ਤਾਂ ਹੈ ਹੀ, ਕਿਉਂਕਿ ਇਹਨਾਂ ਸਾਰਿਆਂ ਦੇ ਵਿੱਚ ਗੁਣ ਹੀ ਬਹੁਤ। ਤਾਂ ਇਹ ਮਨ ਦੀ ਅਵਸਥਾ ਬਣ ਜਾਂਦੀ ਹੈ। ਇਹ ਸਾਰਾ ਕੁਝ ਦੇਖ ਕੇ ਜਗਿਆਸੂ ਦੀ ਅਵਸਥਾ ਇਹ ਬਣਨੀ ਕੁਦਰਤੀ ਗੱਲ ਹੈ ਕਿ ਉਸ ਅਕਾਲ ਪੁਰਖ ਦੇ ਪ੍ਰਤੀ ਸਾਡੀ ਸ਼ਰਧਾ ਦੇ ਵਿੱਚ ਵਾਧਾ ਹੋਵੇ, ਜਿਸ ਨੇ ਇਹ ਸਾਰਾ ਕੁਝ ਬਣਾਇਆ। ਤੇ ਜਿਵੇਂ ਪਿਛਲੀ ਪੌੜੀ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਇਹ ਸਾਰਾ ਕੁਝ ਦੱਸ ਕੇ ਇੱਕ ਤਰੀਕੇ ਦੇ ਨਾਲ ਸਤਿਗੁਰਾਂ ਨੇ ਸਾਨੂੰ ਸਾਡੀ ਇੱਕ ਵੱਡੀ ਰੁਕਾਵਟ ਤੋਂ ਵੀ ਸਾਨੂੰ ਕੌਸ਼ਨ ਕਰ ਦਿੱਤਾ ਹੈ, ਆਗਾਹ ਕਰ ਦਿੱਤਾ ਹੈ ਕਿ ਇਹ ਸਾਰਾ ਕੁਝ ਉਸ ਦੀ ਰਚਨਾ ਮਾਤਰ ਹੀ ਹੈ, ਉਸ ਤੋਂ ਵੱਧ ਕੁਝ ਨਹੀਂ ਹੈ। ਇਹਨੂੰ ਕੋਈ ਵਿਸ਼ੇਸ਼ ਦਰਜਾ ਦੇ ਕੇ, ਇਹਨੂੰ ਕੋਈ ਅਵਤਾਰ, ਪੈਗੰਬਰ, ਦੇਵੀ ਦੇਵਤੇ ਜਾਂ ਕੁਝ ਹੋਰ ਸਮਝ ਕੇ ਇਹਨਾਂ ਦੇ ਨਾਲ ਹੀ ਨਾ ਜੁੜ ਜਾਈਏ। ਔਰ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਰੁਕਾਵਟ ਹੁੰਦੀ ਹੈ ਕਿ ਅਸੀਂ ਦੁਨਿਆਵੀ ਤੌਰ ਤੇ, ਧਾਰਮਿਕ ਤੌਰ ਦੇ ਉੱਤੇ ਜਿਹੜੇ ਵਿਅਕਤੀਆਂ ਨੂੰ ਮਹਾਨ ਮੰਨਦੇ ਹਾਂ, ਉਹਨਾਂ ਨੂੰ ਫਿਰ ਆਪਣਾ ਸਭ ਕੁਝ ਮੰਨ ਲੈਂਦੇ ਹਾਂ। ਫਿਰ ਉਹਨਾਂ ਦੇ ਪਿੱਛੇ ਬਿਨਾਂ ਸੋਚੇ ਸਮਝੇ ਲੱਗ ਜਾਂਦੇ ਹਾਂ ਤੇ ਉਹਨਾਂ ਦੇ ਪਿੱਛੇ ਹੀ ਲੱਗੇ ਰਹਿੰਦੇ ਹਾਂ ਤੇ ਆਪਣਾ ਪੂਰਾ ਜੀਵਨ ਉਹਦੇ ਪਿੱਛੇ ਹੀ ਗੁਜ਼ਾਰਦੇ ਹਾਂ। ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਸਾਰੀ ਭਲੀ ਕਾਰ ਹੈ ਉਸ ਅਕਾਲ ਪੁਰਖ ਦੀ, ਸਦਾ ਸਲਾਮਤ ਨਿਰੰਕਾਰ ਦੀ। ਤਾਂ ਇਹ ਸਾਰੀ ਰਚਨਾ ਵਿੱਚੋਂ ਇੰਨੇ ਗੁਣਾਂ ਵਾਲੀ ਰਚਨਾ ਨੂੰ ਦੇਖ ਕੇ ਸਾਡੀ ਅਵਸਥਾ ਉਸ ਅਕਾਲ ਪੁਰਖ ਦੇ ਨਾਲ ਜੁੜਨ ਵਾਲੀ ਹੋਣੀ ਚਾਹੀਦੀ ਹੈ, ਨਾ ਕਿ ਇਸ ਰਚਨਾ ਦੇ ਨਾਲ। ਰਚਨਾ ਚੰਗੀ ਹੈ, ਗੁਣਾਂ ਵਾਲੀ ਹੈ, ਪਰ ਜੁੜਨਾ ਸਤਿਗੁਰੂ ਜੀ ਕਹਿੰਦੇ ਹਨ ਕਿ ਅਸੀਂ ਉਸ ਸਦਾ ਸਲਾਮਤ ਨਿਰੰਕਾਰ ਦੇ ਨਾਲ ਹੀ। ਹੁਣ ਇੱਥੇ ਤੱਕ ਤੇ ਗੱਲ ਬੜੀ ਆਸਾਨ ਲੱਗਦੀ ਹੈ ਕਿ ਇਤਨੀ ਸੁੰਦਰ, ਇਤਨੇ ਗੁਣਾਂ ਵਾਲੀ ਰਚਨਾ ਜੋ ਅਕਾਲ ਪੁਰਖ ਨੇ ਬਣਾਈ ਹੈ, ਉਹਨੂੰ ਦੇਖ ਕੇ ਤੇ ਅਕਾਲ ਪੁਰਖ ਦਾ ਯਾਦ ਆ ਜਾਣਾ ਸੁਭਾਵਕ ਹੀ ਹੈ। ਉਹਨੂੰ ਰਚਨਾ ਨੂੰ ਦੇਖ ਕੇ ਸਾਨੂੰ ਉਹ ਸਾਰੀ ਰਚਨਾ ਨੂੰ ਭਲੀ ਕਾਰ, ਚੰਗੀ ਰਚਨਾ ਸਮਝਣਾ ਤੇ ਉਹਦੀ ਅਕਾਲ ਪੁਰਖ ਦੀ ਉਸਤਤ ਕਰ ਦੇਣਾ, ਇਹ ਵੀ ਸੁਭਾਵਕ ਹੀ ਲੱਗਦਾ ਹੈ। ਪਰ ਸਤਿਗੁਰੂ ਕਹਿੰਦੇ ਹਨ ਕਿ ਗੱਲ ਸਿਰਫ ਇੱਥੇ ਤੱਕ ਨਹੀਂ ਹੈ। ਉਹਨਾਂ ਨੇ ਅਗਲੀ ਪੌੜੀ ਦੇ ਵਿੱਚ ਹੁਣ ਸਾਨੂੰ ਇਸ ਤੋਂ ਬਿਲਕੁਲ ਵਿਪਰੀਤ ਜਿਹੜੀ ਚੀਜ਼ ਹੈ, ਉਹ ਸਤਿਗੁਰੂ ਜੀ ਨੇ ਸਾਨੂੰ ਦਿਖਾਈ। ਹੁਣ ਉੱਥੇ ਸਤਿਗੁਰੂ ਜੀ ਨੇ ਜ਼ਿਕਰ ਕੀ ਕੀਤਾ ਹੈ? ਉਹਨਾਂ ਨੇ ਸਾਰੀਆਂ ਉਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਨੂੰ ਅਸੀਂ ਚੰਗਾ ਨਹੀਂ ਸਮਝਦੇ। ਇਹ ਆਪਾਂ ਇਹ ਕਹੀਏ ਕਿ ਉਹਨਾਂ ਨੂੰ ਅਸੀਂ ਮਾੜਾ ਹੀ ਸਮਝਦੇ ਹਾਂ, ਜਿਨ੍ਹਾਂ ਦੀ ਗੱਲ ਕਰਕੇ ਵੀ ਸਾਡੇ ਮਨ ਦੇ ਵਿੱਚ ਘਿਰਣਾ ਉਹਨਾਂ ਵਾਸਤੇ ਪੈਦਾ ਹੁੰਦੀ ਹੈ, ਜਾਂ ਅਸੀਂ ਇਹਨਾਂ ਦੀ ਨਿੰਦਾ ਕਰਦੇ ਹਾਂ ਕਿ ਇਹ ਕੋਈ ਚੰਗੇ ਨਹੀਂ ਹਨ ਇਹ ਲੋਕ ਜੋ ਇਹ ਕੰਮ ਕਰ ਰਹੇ ਹਨ। ਤਾਂ ਸਤਿਗੁਰੂ ਜੀ ਉਹ ਜਦੋਂ ਡਿਸਕ੍ਰਾਈਬ ਕਰਦੇ ਹਨ ਤਾਂ ਹੁਣ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕਿਹਦਾ ਕੀਤਾ ਕਿ ਜਿੰਨਿਆਂ ਨੂੰ ਅਸੀਂ ਇਸ ਰਚਨਾ ਦੇ ਮਾੜੇ ਨਮੂਨੇ ਸਮਝ ਸਕਦੇ ਹਾਂ, ਹੁਣ ਉਹਨਾਂ ਸਾਰਿਆਂ ਦਾ ਜ਼ਿਕਰ ਕਰ ਰਿਹਾ ਹੈ। ਚੋਰਾਂ ਦਾ, ਮੂਰਖਾਂ ਦਾ, ਹਰਾਮਖੋਰਾਂ ਦਾ, ਵਧੀਕੀਆਂ ਕਰਨ ਵਾਲੇ ਹਾਕਮਾਂ ਦਾ ਜ਼ਿਕਰ ਸਤਿਗੁਰਾਂ ਨੇ ਕੀਤਾ, ਹਤਿਆਰਿਆਂ ਦਾ, ਪਾਪੀਆਂ ਦਾ, ਕੂੜਿਆਰਿਆਂ ਦਾ, ਮਲੇਛਾਂ ਦਾ, ਨਿੰਦਕਾਂ ਦਾ। ਕਹਿਣ ਤੋਂ ਭਾਵ ਇਹ ਸਾਰੇ ਉਹੀ ਹਨ ਜਿਨ੍ਹਾਂ ਨੂੰ ਅਸੀਂ ਆਮ ਜੀਵਨ ਦੇ ਵਿੱਚ ਵੀ ਚੰਗੇ ਨਹੀਂ ਸਮਝਦੇ, ਮਾੜੇ ਸਮਝਦੇ ਹਾਂ। ਤਾਂ ਇਹ ਸਾਰੇ ਉਹ ਹਨ ਜਿਨ੍ਹਾਂ ਨੂੰ ਦੇਖ ਕੇ ਸਾਡੇ ਮਨ ਦੇ ਵਿੱਚ ਘਿਰਣਾ ਪੈਦਾ ਹੁੰਦੀ ਹੈ। ਅਸੀਂ ਇਹਨਾਂ ਦੀ ਨਿਖੇਧੀ ਕਰਦੇ ਹਾਂ, ਨਿੰਦਾ ਕਰਦੇ ਹਾਂ, ਜਾਂ ਇਉਂ ਕਹੀਏ ਕਿ ਅਸੀਂ ਇਹਨਾਂ ਦੇ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦਿੰਦੇ ਹਾਂ ਕਿ ਇਹ ਤਾਂ ਸਾਰੇ ਬਹੁਤ ਮਾੜੇ ਬੰਦੇ ਹਨ, ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ, ਸਾਨੂੰ ਇਹਨਾਂ ਦੇ ਨੇੜੇ ਵੀ ਨਹੀਂ ਆਉਣਾ ਚਾਹੀਦਾ। ਤਾਂ ਹੁਣ ਇੱਥੇ ਉਲਟੀ ਗੱਲ ਹੋ ਗਈ। ਪਹਿਲੇ ਸਾਰੇ ਸਤਿਗੁਰਾਂ ਨੇ ਉਹਨਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੂੰ ਦੇਖ ਕੇ
ਜਿਨ੍ਹਾਂ ਦੇ ਦਰਸ਼ਨ ਮਾਤਰ ਕਰਕੇ ਹੀ ਸਾਡੇ ਮਨ 'ਚ ਚੰਗੀ ਭਾਵਨਾ ਪੈਦਾ ਹੁੰਦੀ ਹੈ। ਤੇ ਹੁਣ ਇੱਥੇ ਸਤਿਗੁਰੂ ਜੀ ਨੇ ਸਾਰੇ ਉਹਨਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਨੂੰ ਦੇਖ ਕੇ ਵੀ ਸਾਡੇ ਮਨ ਦੇ ਵਿੱਚ ਮੰਦੀ ਭਾਵਨਾ ਪੈਦਾ ਹੁੰਦੀ ਹੈ, ਨਫ਼ਰਤ ਦੀ, ਘਿਰਣਾ ਦੀ ਭਾਵਨਾ ਪੈਦਾ ਹੁੰਦੀ ਹੈ। ਪਰ ਹੁਣ ਇੱਥੇ ਹੈ ਤਾਂ ਦੋਨੋਂ ਇਹ ਜੋ ਕਿਰਤਾਂ ਹਨ, ਕਿਹਦੀਆਂ ਹਨ? ਅਕਾਲ ਪੁਰਖ ਦੀਆਂ ਕਿਰਤਾਂ ਹਨ। ਉਹਦੇ ਹੁਕਮ ਦਾ ਹੀ ਰੂਪ ਹਨ। ਉਹਦੇ ਹੁਕਮ ਦੇ ਵਿੱਚ ਹੀ ਦੋਨੋਂ ਕਿਸਮ ਦੀਆਂ ਕਿਰਤਾਂ ਬਣੀਆਂ ਹਨ, ਔਰ ਉਹ ਇਹਨਾਂ ਸਾਰਿਆਂ ਦਾ ਪਾਲਣ ਪੋਸ਼ਣ ਵੀ ਕਰ ਰਿਹਾ ਹੈ, ਇਹਨਾਂ ਨੂੰ ਦੇਖ ਰਿਹਾ ਹੈ, ਸੰਭਾਲ ਕਰ ਰਿਹਾ ਹੈ, ਪਾਲ ਰਿਹਾ ਹੈ, ਇਹਨਾਂ ਦੀ ਪੂਰੀ ਕੇਅਰ ਕਰ ਰਿਹਾ ਹੈ। ਤਾਂ ਫਿਰ ਅਕਾਲ ਪੁਰਖ ਨੇ ਸਿਰਫ ਚੰਗੀਆਂ ਚੀਜ਼ਾਂ ਕਿਉਂ ਨਹੀਂ ਬਣਾਈਆਂ? ਜੇ ਅਕਾਲ ਪੁਰਖ ਨੇ ਚੰਗੀਆਂ ਚੀਜ਼ਾਂ ਬਣਾਈਆਂ ਨੇ, ਤੇ ਅਸੀਂ ਚੰਗੀਆਂ ਚੀਜ਼ਾਂ ਦੇ ਵਿੱਚ ਉਹਨਾਂ ਨੂੰ ਚੰਗਾ ਸਮਝ ਕੇ ਉਹਨਾਂ ਦੇ ਪ੍ਰਤੀ ਸ਼ਰਧਾ, ਪ੍ਰੇਮ ਭਾਵਨਾ ਸਾਡੇ ਅੰਦਰ ਪੈਦਾ ਹੁੰਦੀ ਹੈ, ਤੇ ਉਹਨਾਂ ਨੂੰ ਦੇਖ ਕੇ ਅਕਾਲ ਪੁਰਖ ਵਾਸਤੇ ਵਾਰੇ ਜਾਣ ਦੀ ਭਾਵਨਾ ਪੈਦਾ ਹੁੰਦੀ ਹੈ। ਤਾਂ ਫਿਰ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇਹ ਸਾਰਿਆਂ ਨੂੰ ਦੇਖ ਕੇ ਤਾਂ ਸਾਨੂੰ ਲੱਗੇਗਾ ਵੀ ਇਹ ਤਾਂ ਰੱਬ ਨੇ ਸ਼ਾਇਦ ਕਿਤੇ ਗਲਤੀ ਤਾਂ ਨਹੀਂ ਕਰ ਦਿੱਤੀ। ਪਰ ਹੁਣ ਸਤਿਗੁਰੂ ਜੀ ਕਹਿ ਰਹੇ ਹਨ ਕਿ ਇਹ ਦੋਵੇਂ ਵੀ, ਇਹ ਵੀ ਤੇ ਉਹ ਵੀ, ਇਹ ਉਹਦੇ ਹੁਕਮ ਦਾ ਹੀ ਸਰੂਪ ਹਨ। ਇਹ ਸਾਰਾ ਤਾਂ ਉਹਦਾ ਹੁਕਮ ਹੀ ਵਰਤ ਰਿਹਾ ਹੈ। ਦੋਵੇਂ ਉਸ ਦੀਆਂ ਕਿਰਤਾਂ ਹਨ, ਦੋਵੇਂ ਉਸ ਦੀ ਕੁਦਰਤ ਹਨ। ਤਾਂ ਫਿਰ ਸਾਡੇ ਅੰਦਰ ਇੰਨੀਆਂ ਵਿਪਰੀਤ ਭਾਵਨਾਵਾਂ ਕਿਉਂ ਪੈਦਾ ਹੋਣ? ਕੋਈ ਅਣਜਾਣ ਬੰਦਾ ਹੈ ਜਿਹੜਾ ਅਕਾਲ ਪੁਰਖ ਦੇ ਰੰਗਾਂ ਨੂੰ ਨਹੀਂ ਸਮਝਦਾ, ਉਹਦੇ ਅੰਦਰ ਤਾਂ ਇਹ ਚੀਜ਼ਾਂ ਪੈਦਾ ਹੋ ਜਾਣ। ਉਹ ਤਾਂ ਇਸ ਗੁੰਝਲ ਵਿੱਚ ਪੈ ਜਾਵੇ ਕਿ ਇਹ ਕਿਉਂ ਹੈ, ਇਹ ਕੀ ਫਰਕ ਹੈ, ਕਿਉਂ ਫਰਕ ਹੈ, ਐਸਾ ਕਿਉਂ ਹੋ ਰਿਹਾ ਹੈ। ਪਰ ਜਿਸ ਸਤਿਗੁਰੂ ਜੀ ਕਹਿੰਦੇ ਹਨ ਕਿ ਜੋ ਉਸ ਦੇ ਨਾਲ ਜੁੜਿਆ ਹੋਇਆ ਹੈ, ਜੋ ਉਸ ਦਾ ਭਗਤ ਅਖਵਾਨ, ਜਿਵੇਂ ਪਹਿਲੀਆਂ ਪੌੜੀਆਂ ਦੇ ਵਿੱਚ ਸਤਿਗੁਰਾਂ ਨੇ ਜ਼ਿਕਰ ਕੀਤਾ ਹੈ, ਜਾਂ ਪੰਚ ਦੀ ਅਵਸਥਾ ਨੂੰ ਜਿਹੜਾ ਪ੍ਰਾਪਤ ਹੋ ਚੁੱਕਾ ਹੈ, ਉਹਦੇ ਲਈ ਤਾਂ ਕੋਈ ਘਿਰਣਾ ਦੀ, ਦਵੈਸ਼ ਦੀ, ਗੁੱਸੇ ਦੀ, ਨਫ਼ਰਤ ਦੀ ਉਹਦੇ ਹਿਰਦੇ 'ਚ ਤਾਂ ਕੋਈ ਇਹੋ ਜਿਹੀ ਥਾਂ ਹੋ ਹੀ ਨਹੀਂ ਸਕਦੀ। ਕਿਉਂਕਿ ਸਤਿਗੁਰੂ ਜੀ ਬੜੇ ਰਮਜ਼ ਵਾਲੇ ਢੰਗ ਦੇ ਨਾਲ ਸਾਨੂੰ ਇੱਥੇ ਇਹ ਗੱਲ ਸਮਝਾ ਰਹੇ ਹਨ ਕਿ ਇਹ ਦੇਖਣ ਨੂੰ ਆਮ ਦੁਨੀਆ ਦੀਆਂ ਨਜ਼ਰਾਂ ਵਿੱਚ ਸਾਰੇ ਨੀਚ ਤਾਂ ਹੋ ਸਕਦੇ ਹਨ, ਪਰ ਅਸੀਂ ਇਹਨਾਂ ਨੂੰ ਨੀਚ ਨਹੀਂ ਕਹਿ ਸਕਦੇ। ਤੇ ਰਮਜ਼ ਸਤਿਗੁਰਾਂ ਨੇ ਕੀ ਵਰਤੀ ਹੈ ਕਿ ਉਹਨਾਂ ਨੇ ਜਿਹੜੀ ਇਹ 4 ਪੰਕਤੀਆਂ ਪਿਛਲੀਆਂ ਹਨ, ਉਹਨਾਂ ਵਿੱਚੋਂ ਪਹਿਲੀ ਪੰਕਤੀ ਦੇ ਵਿੱਚ ਗੁਰੂ ਜੀ ਨੇ ਇੱਕ ਛੋਟੀ ਜਿਹੀ ਤਬਦੀਲੀ ਕਰਕੇ ਸਾਨੂੰ ਗੱਲ ਸਮਝਾ ਦਿੱਤੀ ਹੈ ਕਿ ਕੁਦਰਤ ਕਵਣ ਕਹਾ ਵਿਚਾਰ ਦੀ ਥਾਂ ਦੇ ਉੱਤੇ ਸਤਿਗੁਰੂ ਜੀ ਨੇ ਉੱਥੇ ਹੁਣ ਕਹਿ ਦਿੱਤਾ ਹੈ ਕਿ ਨਾਨਕ ਨੀਚ ਕਹੈ ਵਿਚਾਰ। ਹੁਣ ਸਤਿਗੁਰੂ ਜੀ ਨੇ ਆਪਣੇ ਆਪ ਨੂੰ ਵੀ ਨੀਚ ਕਹਿ ਦਿੱਤਾ, ਭਾਵ ਕਿ ਇਹ ਸਾਰੇ ਨੀਚ ਹਨ ਜਿਨ੍ਹਾਂ ਦਾ ਮੈਂ ਤੁਹਾਨੂੰ ਦੱਸਿਆ ਹੈ। ਪਰ ਸਿਰਫ ਇਹੀ ਨੀਚ ਨਹੀਂ ਹਨ, ਇਹ ਵੀ ਮੇਰੇ ਵਰਗੇ ਹੀ ਹਨ। ਤੇ ਸਤਿਗੁਰਾਂ ਨੇ ਆਪਣੀ ਉਹਨਾਂ ਦੇ ਨਾਲ ਇੱਕ ਕਿਸਮ ਨਾਲ ਕਹਿ ਲਈਏ ਸਾਂਝ ਦੱਸਣ ਲਈ ਕਿ ਉਹ ਵੀ ਕਰਤਾਰ ਦੀ ਕੁਦਰਤ ਨੇ ਤੇ ਅਸੀਂ ਵੀ ਕਰਤਾਰ ਦੀ ਕੁਦਰਤ ਹਾਂ। ਉਹ ਵੀ ਉਹਦੀ ਰਚਨਾ ਨੇ, ਅਸੀਂ ਵੀ ਉਹਦੀ ਰਚਨਾ। ਤੇ ਹੁਣ ਸਤਿਗੁਰਾਂ ਨੇ ਆਪਣੇ ਆਪ ਨੂੰ ਹੀ ਉਹਨਾਂ ਦੇ ਨਾਲ ਮਿਲਾ ਕੇ ਰੱਖ ਦਿੱਤਾ ਤੇ ਕਿਹਾ ਕਿ ਨਾਨਕ ਨੀਚ ਕਹੈ ਵਿਚਾਰ। ਹੁਣ ਨੀਚ ਨਾਨਕ ਇਹ ਵਿਚਾਰ ਕਹਿ ਰਿਹਾ ਹੈ, ਦੱਸ ਰਿਹਾ ਹੈ। ਤੋ ਇਹ 2 ਸ਼ਬਦਾਂ ਦੇ ਵਿੱਚ ਹੀ ਸਤਿਗੁਰਾਂ ਨੇ ਠੱਪਾ ਲਗਾ ਦਿੱਤਾ ਕਿ ਜਿਹੜਾ ਭਗਤ ਹੈ, ਜਿਹੜਾ ਅਕਾਲ ਪੁਰਖ ਨਾਲ ਜੁੜਿਆ ਹੋਇਆ ਮਨੁੱਖ ਹੈ, ਜਿਹੜਾ ਭਗਤ ਅਖਵਾਨ ਦੇ, ਪੰਚ ਅਖਵਾਨ ਦੇ ਅਵਸਥਾ ਤੱਕ ਪਹੁੰਚ ਚੁੱਕਾ ਹੈ, ਉਹ ਵਿਅਕਤੀ ਇਹਨਾਂ ਨੂੰ ਨਫ਼ਰਤ ਦੀ ਨਿਗਾਹ ਨਾਲ ਨਹੀਂ ਦੇਖ ਸਕਦਾ। ਉਹ ਇਹਨਾਂ ਨੂੰ ਅਪਣੱਤ ਨਾਲ ਹੀ ਦੇਖੇ। ਜਿਵੇਂ ਸਤਿਗੁਰਾਂ ਨੇ ਇਹ ਲਫ਼ਜ਼ ਵਰਤ ਕੇ ਇੱਥੇ ਇਹ ਗੱਲ ਦੱਸ ਦਿੱਤੀ ਹੈ ਕਿ ਉਹ ਇਹਨਾਂ ਨੂੰ ਆਪਣੇ ਨਾਲ ਹੀ ਮਿਲਾ ਕੇ ਗੱਲ ਕਰੇ। ਕਿਉਂ? ਕਿਉਂਕਿ ਅਸੀਂ ਵੀ ਉਹਦੇ ਹੁਕਮ ਵਿੱਚ ਹਾਂ, ਉਹ ਵੀ ਉਹਨਾਂ ਦੇ ਹੁਕਮ ਵਿੱਚ। ਉਹ ਜੋ ਕੰਮ ਕਰ ਰਹੇ ਹਨ, ਉਹ ਵੀ ਉਹਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ। ਅਸੀਂ ਜੋ ਕਰ ਰਹੇ ਹਾਂ, ਉਹ ਵੀ ਉਹਦੇ ਹੁਕਮ ਦੇ ਵਿੱਚ ਹੈ। ਇਹ ਉਸ ਅਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਹੈ, ਮਿਹਰ ਹੈ ਕਿ ਸਾਨੂੰ ਇਸ ਪਾਸੇ ਲਗਾ ਲਿਆ ਹੈ। ਉਹਨਾਂ ਦੇ ਉੱਤੇ ਅਕਾਲ ਪੁਰਖ ਨੇ ਆਪਣੇ ਹਿਸਾਬ ਦੇ ਨਾਲ ਉਹਨਾਂ ਨੂੰ ਜਿਹਨਾਂ ਕੰਮਾਂ ਕਾਰਾਂ ਵਿੱਚ ਲਾਇਆ ਹੈ, ਇਹ ਵੀ ਉਹਦੀ ਮਿਹਰ ਹੀ ਹੈ ਕਿ ਉਹ ਉਹਨਾਂ ਨੂੰ ਇਹਨਾਂ ਕੰਮਾਂ ਵਿੱਚ ਕਿਉਂ ਲਾਇਆ, ਇਹ ਅਕਾਲ ਪੁਰਖ ਜਾਣਦਾ, ਅਸੀਂ ਨਹੀਂ ਜਾਣ ਸਕਦੇ। ਤੋ ਸਤਿਗੁਰੂ ਕਹਿੰਦੇ ਹਨ ਕਿ ਇਹ ਜੋ ਵਰਤ ਰਿਹਾ ਹੈ, ਉੱਚੇ ਬੰਦੇ, ਚੰਗੇ ਬੰਦੇ ਤੇ ਨੀਵੇਂ ਬੰਦੇ, ਇਹਨਾਂ ਸਾਰਿਆਂ ਦੇ ਵਿੱਚ ਕੌਣ ਵਰਤ ਰਿਹਾ ਹੈ? ਤੂੰ ਸਦਾ ਸਲਾਮਤ ਨਿਰੰਕਾਰ। ਔਰ ਇਹ ਵੀ ਉਸੇ ਤਰ੍ਹਾਂ ਹੀ ਭਲੀ ਕਾਰ ਹੈ, ਤੇਰੀ ਚੰਗੀ ਰਚਨਾ ਹੈ। ਜਿਵੇਂ ਪਹਿਲਾਂ ਚੰਗੇ ਬੰਦਿਆਂ ਦੀ ਰਚਨਾ ਸਤਿਗੁਰੂ ਨੇ ਸਾਡੇ ਸਾਹਮਣੇ ਡਿਸਕ੍ਰਾਈਬ ਕੀਤੀ ਸੀ, ਇਹ ਵੀ ਉਸੇ ਤਰ੍ਹਾਂ ਹੀ ਚੰਗੀ ਹੀ ਰਚਨਾ ਹੈ। ਕੋਈ ਇਹਦੇ 'ਚ ਫਰਕ ਨਹੀਂ ਹੈ। ਅਸੀਂ ਇਹਨਾਂ ਦੋਹਾਂ ਨੂੰ ਇੱਕੋ ਹੀ ਨਜ਼ਰ ਨਾਲ ਦੇਖਣਾ ਹੈ, ਔਰ ਉਹਨਾਂ ਨੂੰ ਦੇਖ ਕੇ ਸਾਡੇ ਮਨ ਅੰਦਰ ਜੇ ਅਕਾਲ ਪੁਰਖ ਦੀ ਰਚਨਾ ਨੂੰ ਦੇਖ ਕੇ
ਅਕਾਲ ਪੁਰਖ ਤੋਂ ਵਾਰੇ ਜਾਣ ਦੀ ਭਾਵਨਾ ਪੈਦਾ ਹੋਣੀ ਹੈ, ਤੇ ਇਹਦੇ ਵਿੱਚ ਵੀ ਆ ਕੇ ਅਸੀਂ ਵਾਰੇ ਜਾਣ ਵਾਲੀ ਭਾਵਨਾ ਦੇ ਵਿੱਚ ਹੀ ਜਾਣਾ ਹੈ। ਇਹ ਵੀ ਸਾਨੂੰ ਭਲੀ ਕਾਰ ਹੀ ਲੱਗਣੀ ਚਾਹੀਦੀ ਹੈ, ਤੇ ਇਹਨਾਂ ਦੇ ਵਿੱਚੋਂ ਹੀ ਉਹ ਸਦਾ ਸਲਾਮਤ ਨਿਰੰਕਾਰ ਦੇ ਦਰਸ਼ਨ ਹੋਣੇ ਚਾਹੀਦੇ ਹਨ। ਇਹ ਸਤਿਗੁਰੂ ਜੀ ਦਾ ਮੈਸੇਜ ਹੈ ਇਹਨਾਂ ਦੋ ਪੌੜੀਆਂ ਦੇ। ਔਰ ਇਹ ਮੈਸੇਜ ਇਹ ਨਹੀਂ ਕਿ ਅਸੀਂ ਇਹ ਹੋਰ ਥਾਵਾਂ ਦੇ ਉੱਤੇ ਸਾਨੂੰ ਗੁਰਬਾਣੀ ਦੇ ਵਿੱਚ ਨਹੀਂ ਮਿਲਦਾ। ਇੱਕ ਪੌੜੀ ਵੀਰ ਜੀ ਡਿਸਪਲੇ ਕਰਨਾ ਜੀ, ਏਕ ਮਹਿਲ ਤੂੰ ਹੋਏ ਅਫਾਰੋ, ਏਕ ਮਹਿਲ ਨਿਮਾ। ਕਿ ਅਕਾਲ ਪੁਰਖ ਜਿਹੜਾ ਹੈ ਉਹ ਇਸ ਜਗਤ ਦੇ ਵਿੱਚ ਵਰਤ ਰਿਹਾ ਹੈ, ਔਰ ਇਹੋ ਜਿਹੇ ਰੂਪਾਂ ਦੇ ਵਿੱਚ ਵਰਤ ਰਿਹਾ ਹੈ ਕਿ ਜਿਹਦਾ ਅਸੀਂ ਮਤਲਬ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਕਿ ਇਹ ਪਹਿਲੇ ਰਹਾਉ ਦੀ ਪੰਕਤੀ ਹੈ, ਨਿਰਭਉ ਸੰਗ ਤੁਮਾਰੇ ਤੁਮਾਰਾ ਬਸਤੇ, ਇਹ ਡਰਨ ਕਹਾਂ ਤੇ ਆਇਆ, ਉਹ ਅਬਨਾਸੀ ਰਾਇਆ, ਨਿਰਭਉ ਸੰਗ ਤੁਮਾਰਾ ਬਸਤੇ, ਇਹ ਡਰਨ ਕਹਾਂ ਤੇ ਆਇਆ। ਹੁਣ ਸਤਿਗੁਰੂ ਜੀ ਅੱਗੇ ਉਹਦੇ ਜੋ ਅਕਾਲ ਪੁਰਖ ਦੇ ਜੋ ਉਹਦੀ ਲੀਲਾ ਹੈ, ਜਿਹਨੂੰ ਦੇਖ ਕੇ ਇੱਕ ਭਗਤ ਵਿਸਮਾਦ ਦੇ ਵਿੱਚ ਆਉਂਦਾ ਹੈ। ਏਕ ਮਹਿਲ ਤੂੰ ਹੋਏ ਅਫਾਰੋ, ਏਕ ਮਹਿਲ ਨਿਮਾਣੋ। ਇੱਕ ਸਰੀਰ ਵਿੱਚ ਤੂੰ ਮਤਲਬ ਆਫਰਿਆ ਹੋਇਆ ਹੈ ਤੇ ਇੱਕ ਪਾਸੇ ਨਿਮਾਣਾ ਬਣਿਆ ਹੋਇਆ ਹੈ। ਏਕ ਮਹਿਲ ਤੂੰ ਆਪੇ ਆਪੇ, ਏਕ ਮਹਿਲ ਗਰੀਬਾਨੋ। ਇੱਕ ਪਾਸੇ ਬਿਲਕੁਲ ਗਰੀਬੜਾ ਜਿਹਾ ਬਣ ਕੇ ਬੈਠਾ ਤੇ ਇੱਕ ਪਾਸੇ ਬੜਾ ਵੱਡਾ ਬਣ ਕੇ ਬੈਠਾ ਹੈ। ਇੱਕ ਪਾਸੇ ਪੰਡਿਤ ਬਖਤਾ ਬੜਾ ਵਿਦਵਾਨ ਬਣ ਕੇ ਬੈਠਾ ਹੈ ਤੇ ਇੱਕ ਪਾਸੇ ਬੇਵਕੂਫ ਬਣ ਕੇ ਬੈਠਾ ਹੈ। ਇੱਕ ਪਾਸੇ ਤੂੰ ਸਭ ਕੁਝ ਲੈ ਰਿਹਾ ਹੈ, ਇੱਕ ਪਾਸੇ ਕੁਝ ਵੀ ਨਹੀਂ ਲੈ ਰਿਹਾ ਹੈ। ਸਤਿਗੁਰੂ ਅੱਗੇ ਜਾ ਕੇ ਕਹਿੰਦੇ ਹਨ ਕਿ ਜੈਸਾ ਭੇਖ ਕਰਾਵੈ ਬਾਜੀਗਰ, ਉਹ ਤੈਸੋ ਹੀ ਸਾਜ ਹਨ। ਤਾਂ ਕਹਿਣ ਤੋਂ ਭਾਵ ਇਹ ਹੈ ਕਿ ਇਹ ਸਭ ਕੁਝ ਉਸੇ ਦਾ ਹੀ ਸਾਜਿਆ ਹੋਇਆ ਹੈ, ਉਸੇ ਦੀ ਰਚਨਾ ਹੈ। ਇਨਸਾਨ ਦੇ ਹੱਥ 'ਚ ਤਾਂ ਕੁਝ ਹੈ ਹੀ ਨਹੀਂ। ਅਨੇਕ ਕੋਠਰੀ ਬਹੁਤ ਭਾਂਤ ਕਰੀਆ, ਆਪ ਹੋਆ ਰਖਵਾਰਾ, ਜੈਸੇ ਮਹਿਲ ਰਾਖੈ ਤੈਸਾ ਰਹਿਣਾ, ਕਿਆ ਇਹ ਕਰੈ ਵਿਚਾਰ। ਹੁਣ ਉਹਦੇ ਵਿੱਚ ਮਤਲਬ ਜਿਵੇਂ ਮਤਲਬ ਆਪਾਂ ਪਹਿਲਾਂ ਵਿਚਾਰ ਕਰ ਰਹੇ ਸੀ ਕਿ ਇਹ ਸਭ ਥਾਵਾਂ ਤੇ ਉਹਦਾ ਹੁਕਮ ਹੀ ਵਰਤ ਰਿਹਾ ਹੈ, ਚਾਹੇ ਗੁਣੀ ਜਨ ਹਨ ਤੇ ਚਾਹੇ ਉਹ ਹਨ ਜਿਨ੍ਹਾਂ ਨੂੰ ਅਸੀਂ ਮਾੜੇ ਕਹਿੰਦੇ। ਹੋਰ ਸਤਿਗੁਰੂ ਜੀ ਅੱਗੇ ਫਰਮਾਉਂਦੇ ਹਨ ਕਿ ਬੁਰਾ ਭਲਾ ਕਉ ਕਿਸ ਨੂੰ ਕਹੀ ਹੈ। ਅਸੀਂ ਬੁਰੇ ਤੇ ਭਲੇ ਦੀ ਕਲਾਸੀਫਿਕੇਸ਼ਨ ਜਿਹੜੀ ਹੈ ਉਹ ਕਿਸ ਤਰ੍ਹਾਂ ਕਰੀਏ। ਹਾਂਜੀ ਵੀਰ ਜੀ ਡਿਸਪਲੇ ਕਰਨਾ ਜੀ, ਕਿ ਅਸੀਂ ਇਹ ਬੁਰੇ ਤੇ ਭਲੇ ਦੀ ਕਲਾਸੀਫਿਕੇਸ਼ਨ ਕਰਕੇ ਅਸੀਂ ਕਿਸੇ ਨੂੰ ਬੁਰਾ ਤੇ ਕਿਸੇ ਨੂੰ ਮਾੜਾ ਤੇ ਕਿਸੇ ਨੂੰ ਚੰਗਾ ਅਸੀਂ ਕਹੀਏ, ਤਾਂ ਇਹ ਕਿਵੇਂ ਹੋ ਸਕਦਾ ਹੈ? ਕਿਉਂ? ਕਿਉਂਕਿ ਦੀਸੈ ਬ੍ਰਹਮ ਗੁਰਮੁਖ ਸੱਚ ਲਈ। ਕਿਉਂਕਿ ਇਹ ਤਾਂ ਸਭ ਉਹ ਬ੍ਰਹਮ ਹੀ ਹੈ ਜੋ ਸਭ ਪਾਸੇ ਵਰਤ ਰਿਹਾ ਹੈ। ਇਹ ਕੇਵਲ ਉਸੇ ਨੂੰ ਹੀ ਸਾਨੂੰ ਮਤਲਬ ਇਹ ਸਭ ਕੁਝ ਦੇ ਵਿੱਚੋਂ ਉਹਦੇ ਹੀ ਦਰਸ਼ਨ ਕਰਨੇ ਚਾਹੀਦੇ ਹਨ। ਅਕਥ ਕਥਾਉ ਗੁਰਮਤਿ ਵਿਚਾਰ, ਮਿਲ ਗੁਰ ਸੰਗਤ ਪਾਵੋਂ ਪਾ। ਇਹ ਹੀ ਉਹ ਰਸਤਾ ਹੈ ਕਿ ਉਸ ਦੀ ਜੋ ਰਚਨਾ ਹੈ ਉਹਨੂੰ ਬੁਰਾ ਭਲਾ ਕਹਿਣ ਦੇ ਵਿੱਚ, ਚੰਗਾ ਮਾੜਾ ਕਹਿਣ ਦੇ ਵਿੱਚ, ਆਪਣਾ ਪਰਾਇਆ ਕਹਿਣ ਦੇ ਵਿੱਚ, ਜਾਂ ਜਿਵੇਂ ਪਹਿਲੀਆਂ ਦੋ ਪੌੜੀਆਂ ਸੰਖ ਦੀਆਂ ਦੇ ਵਿੱਚ ਸਤਿਗੁਰਾਂ ਨੇ ਕਿਹਾ ਹੈ, ਉਹ ਜੋ ਹੈ ਉਹ ਸਾਡੀ ਅਵਸਥਾ ਕਰਕੇ ਹੈ ਜਦੋਂ ਅਸੀਂ ਬੁਰੇ ਭਲੇ ਦੀ ਕਲਾਸੀਫਿਕੇਸ਼ਨ ਕਰਦੇ ਹਾਂ। ਅੱਗੇ ਸਤਿਗੁਰੂ ਇੱਕ ਹੋਰ ਥਾਂ ਤੇ ਫਰਮਾਉਂਦੇ ਹਨ ਕਿ ਬੁਰਾ ਭਲਾ ਤਿਚਰ ਆਖਦਾ, ਜਿਚਰ ਹੈ ਦੋ ਮਾਏ। ਕਿ ਇਨਸਾਨ ਉਦੋਂ ਤੱਕ ਹੀ ਕਿਸੇ ਨੂੰ ਬੁਰਾ ਜਾਂ ਭਲਾ ਕਹਿੰਦਾ ਹੈ ਜਦੋਂ ਤੱਕ ਉਹ ਦੁਬਿਧਾ ਦੇ ਵਿੱਚ ਹੈ, ਜਦੋਂ ਤੱਕ ਉਹ ਰਚਨਾ ਨੂੰ ਤੇ ਅਕਾਲ ਪੁਰਖ ਨੂੰ ਵੱਖਰੇ ਵੱਖਰੇ ਸਮਝ ਰਿਹਾ ਹੈ, ਆਪਣੇ ਆਪ ਨੂੰ ਦੂਜੇ ਨਾਲੋਂ ਵੱਖਰਾ ਸਮਝ ਰਿਹਾ ਹੈ। ਤੋ ਗੁਰਮੁਖ ਏਕੋ ਬੂਝਿਆ, ਏਕਸ ਮਾਹਿ ਸਮਾਏ। ਉਹਨੇ ਬੁਰਾ ਭਲਾ ਜਿਹੜਾ ਕਹਿਣ ਦੀ ਗੱਲ ਹੈ, ਇਸ ਤੋਂ ਪਹਿਲਾਂ ਵੀ ਸਤਿਗੁਰੂ ਜਿਵੇਂ ਫਰਮਾ ਰਹੇ ਹਨ ਕਿ ਮੰਦਾ ਕਿਸ ਨੂੰ ਆਖੀ ਹੈ, ਕਿਹਨੂੰ ਮੰਦਾ ਆਖੀ ਹੈ। ਸ਼ਬਦ ਵੇਖੋ ਲਿਵਲਾਏ, ਨਾਮ ਦੇ ਨਾਲ, ਉਸ ਗੁਰੂ ਦੇ ਸ਼ਬਦ ਦੇ ਨਾਲ, ਗੁਰੂ ਦੀ ਸਿੱਖਿਆ ਦੇ ਨਾਲ ਜੁੜ ਕੇ ਤਾਂ ਦੇਖੋ, ਤੇ ਫਿਰ ਇਹ ਸਮਝ ਲੱਗੇਗੀ ਕਿ ਅਸਲ ਦੇ ਵਿੱਚ ਤਾਂ ਉਹ ਹਰ ਥਾਂ ਦੇ ਉੱਤੇ ਉਹ ਵਰਤ ਰਿਹਾ ਹੈ, ਉਹੀ ਵਰਤ ਰਿਹਾ ਹੈ, ਹਰ ਥਾਂ ਤੇ ਉਹਦੀ ਕੁਦਰਤ ਹੈ। ਪਰ ਇਹ ਸਮਝਣਾ ਵੀ, ਜਿਵੇਂ ਅਸੀਂ ਅੱਗੇ ਗੱਲ ਕੀਤੀ ਹੈ ਕਿ ਅਕਾਲ ਪੁਰਖ ਦੀ ਬਖਸ਼ਿਸ਼ ਹੋ ਜਾਏ ਤੇ ਤਾਂ ਹੀ ਇਹ ਗੱਲ ਸਾਨੂੰ ਸਮਝ ਆਉਂਦੀ ਹੈ। ਜਿਵੇਂ ਇੱਕ ਹੋਰ ਥਾਂ ਤੇ ਸਤਿਗੁਰਾਂ ਨੇ ਫਰਮਾਇਆ, ਆਸਾ ਦੀ ਵਾਰ ਦਾ ਆਪਾਂ ਕੀਰਤਨ ਰੋਜ਼ ਸੁਣਦੇ ਹਾਂ ਕਿ ਵੇਖ ਵਿਡਾਣ
ਰਹਾ ਵਿਸਮਾਦ ਨਾਨਕ ਉਜਨ ਪੂਰਾ ਭਾਗ। ਇਹ ਜੋ ਵਿਡਾਣ ਹੈ ਉਹਦੇ ਕੌਤਕ ਹਨ, ਉਹਦੇ ਜੋ ਉਹਨੇ ਰਚਨਾ ਰਚੀ ਹੈ, ਉਹਦੇ ਜੋ ਪ੍ਰਪੰਚ ਰਚਿਆ ਹੈ, ਇਹ ਸਾਰੇ ਕੁਝ ਦੀ ਨਾਨਕ ਉਜਨ ਪੂਰਾ ਭਾਗ। ਤੋ ਇਹ ਵਿਸਮਾਦ ਦੀ ਅਵਸਥਾ ਤੱਕ ਲਿਜਾਣਾ ਜਿਹੜਾ ਇਸ ਪੌੜੀ ਦੇ ਵਿੱਚ ਜਿਹੜੀ ਆਪ ਜੀ ਦੇ ਸਾਹਮਣੇ ਹੈ, ਬੜਾ ਮਿਲਦਾ ਜੁਲਦਾ ਇਹਦੇ ਨਾਲ ਸੰਦਰਭ ਹੈ ਕਿ ਜਿਵੇਂ ਇੱਥੇ ਵਾਰਿਆ ਨਾ ਜਾਵਾਂ ਏਕ ਵਾਰ ਦੀ ਅਵਸਥਾ ਦੀ ਗੱਲ ਹੈ, ਇਸੇ ਤਰ੍ਹਾਂ ਹੀ ਸਤਿਗੁਰਾਂ ਨੇ ਇੱਥੇ ਵਿਸਮਾਦ ਵਿੱਚ ਜਾਣ ਦੀ ਬੜੀ ਡਿਟੇਲ ਦੇ ਵਿੱਚ ਵਿਆਖਿਆ ਕੀਤੀ ਹੈ। ਆਪਾਂ ਸਾਰੇ ਜਾਣਦੇ ਹਾਂ। ਤੋ ਇਉਂ ਸਤਿਗੁਰਾਂ ਨੇ ਸਾਡੀ ਨਜ਼ਰ ਦੇ ਵਿੱਚ ਸਾਡੇ ਜੋ ਇਸ ਸੰਸਾਰ ਨੂੰ ਦੇਖਣ ਦੀ ਦ੍ਰਿਸ਼ਟੀ ਹੈ, ਉਹਦੇ ਵਿੱਚ ਅਸੀਂ ਜੋ ਚੰਗਾ ਦੇਖਦੇ ਹਾਂ, ਮਾੜਾ ਦੇਖਦੇ ਹਾਂ, ਉਹਨਾਂ ਦੋਹਾਂ ਦੇ ਵਿੱਚ ਜੋ ਅਸੀਂ ਫਰਕ ਕਰਕੇ ਬਹਿ ਜਾਂਦੇ ਹਾਂ, ਇਹ ਭੁੱਲ ਜਾਂਦੇ ਹਾਂ ਕਿ ਇਹ ਸਾਰਾ ਕੁਝ ਉਹਦਾ ਹੁਕਮ ਵਰਤ ਰਿਹਾ ਹੈ, ਉਹਦੇ ਹੁਕਮ ਦੇ ਅਧੀਨ ਹੀ ਇਹ ਸਾਰਾ ਕੁਝ ਹੋ ਰਿਹਾ ਹੈ। ਔਰ ਇਹ ਸਾਰਾ ਕੁਝ ਚੂੰਕਿ ਉਹਦਾ ਹੁਕਮ ਹੈ, ਇਹ ਫਿਰ ਭਲੀ ਕਾਰ ਹੀ ਹੈ, ਉਸ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ। ਤੋ ਇਸ ਕਰਕੇ ਸਤਿਗੁਰੂ ਨੇ ਇਹ ਦੋ ਪੌੜੀਆਂ ਦੇ ਵਿੱਚ ਸਾਨੂੰ ਇਹ ਚੀਜ਼ ਸਮਝਾਈ ਹੈ। ਹੁਣ ਅੱਗੇ ਇਸ ਤੋਂ ਸਤਿਗੁਰੂ ਹੁਣ ਅੱਗੇ ਹੋਰ ਆਪਣੇ ਤੋਰਦੇ ਹਨ, ਤੇ ਹੁਣ ਉਹ ਬਾਹਰ ਦੇਖ ਰਹਿਆਂ ਨੂੰ ਸਾਨੂੰ ਚੁੱਕ ਕੇ ਤੇ ਹੁਣ ਉਹ ਆਪਣੇ ਅੰਦਰ ਆਪਣੀਆਂ ਲਿਮਿਟੇਸ਼ਨਸ ਦੇ ਵੱਲ ਸਤਿਗੁਰੂ ਸਾਨੂੰ ਲੈ ਕੇ ਜਾ ਰਹੇ ਹਨ। ਗੱਲ ਤਾਂ ਗੁਰੂ ਸਾਹਿਬ ਨੇ ਇੱਥੇ ਵੀ ਅਸੰਖ ਤੋਂ ਹੀ ਸ਼ੁਰੂ ਕੀਤੀ ਹੈ ਕਿ ਅਸੰਖ ਹੀ ਉਹਦੇ ਬਣਾਏ ਹੋਏ ਜੀਵਾਂ ਦੇ ਨਾਮ ਹਨ, ਉਹਨਾਂ ਦੇ ਟਿਕਾਣੇ ਹਨ, ਔਰ ਅਸੰਖ ਹੀ ਔਰ ਬੜੇ ਅਗੰਮ ਉਹਦੇ ਬਣਾਏ ਹੋਏ ਭਵਨ ਲੋਕ ਹਨ। ਪਰ ਹੁਣ ਉਸ ਤੋਂ ਅਗਲੀ ਪੰਕਤੀ ਦੇ ਵਿੱਚ ਸਤਿਗੁਰਾਂ ਨੇ ਜਿਹੜੀ ਗੱਲ ਕਹੀ ਹੈ, ਉਹ ਬੜੀ ਇੰਪੋਰਟੈਂਟ ਹੈ ਕਿ ਸਾਨੂੰ ਸਤਿਗੁਰਾਂ ਨੇ ਸਾਡੀ ਜਿਹੜੀ ਅਸਮਰੱਥਾ ਹੈ, ਲਿਮਿਟੇਸ਼ਨ ਹੈ, ਸਾਡੀ ਕਪੈਸਿਟੀ ਦੇ ਨਾ ਹੋਣ ਦੀ ਜਿਹੜੀ ਗੱਲ ਹੈ, ਉਹ ਸਤਿਗੁਰਾਂ ਨੇ ਸਮਝਾਈ ਹੈ ਕਿ ਸਾਡੀਆਂ ਆਪਣੀਆਂ ਇਨਐਡਿਕੁਏਸੀਜ਼ ਹੀ ਸਾਡੇ ਜੀਵਨ ਦੀ ਇੰਨੀਆਂ ਹਨ ਕਿ ਅਸੀਂ ਉਹਨਾਂ ਨੂੰ ਸਾਹਮਣੇ ਰੱਖ ਕੇ ਜਦੋਂ ਕੁਝ ਕਹਿਣਾ ਹੈ ਤੇ ਸਾਨੂੰ ਸੋਚਣਾ ਪਏਗਾ। ਇੱਥੇ ਸਤਿਗੁਰੂ ਜੀ ਨੇ ਕਿਹਾ ਹੈ ਕਿ ਅਸੰਖ ਸ਼ਬਦ ਜਿਹੜਾ ਹੈ, ਇਹ ਆਪਣੇ ਆਪ ਵਿੱਚ ਹੀ ਇਨਐਡਿਕੁਏਟ। ਹੁਣ ਅਸੰਖ ਸ਼ਬਦ ਦੇ ਅਰਥ ਤਾਂ ਹੁੰਦੇ ਹਨ ਇਨਫਾਈਨਾਈਟ, ਇਨਫਿਨਿਟੀ, ਵੀ ਜਿਹੜਾ ਗਿਣਤੀ ਤੋਂ ਬਾਹਰ ਹੈ। ਤੋ ਦੇਖਣ ਨੂੰ ਤਾਂ ਸਾਨੂੰ ਪਹਿਲਾ ਅਰਥ ਦਾ ਹੀ ਸਮਝ ਆਉਂਦਾ ਹੈ ਕਿ ਜਿਹੜਾ ਇੰਨਾ ਵੱਡਾ ਹੈ ਜਿਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਤੇ ਹੁਣ ਸਤਿਗੁਰੂ ਕਹਿ ਰਹੇ ਹਨ ਕਿ ਇਹ ਵੀ ਇਨਐਡਿਕੁਏਟ ਹੈ। ਜੇ ਅਸੀਂ ਇਹ ਲਫ਼ਜ਼ ਵਰਤਦੇ ਹਾਂ ਤਾਂ ਸਿਰ ਭਾਰ ਹੋਏ, ਸਾਡੇ ਸਿਰ ਤੇ ਭਾਰ ਹੈ ਕਿ ਅਸੀਂ ਇਹ ਇੰਨਾ ਛੋਟਾ ਲਫ਼ਜ਼ ਵਰਤਿਆ ਹੈ। ਤੋ ਇਹ ਸਤਿਗੁਰੂ ਜੀ ਸਾਨੂੰ ਸਮਝਾਉਣਾ ਚਾਹੁੰਦੇ ਹਨ। ਅਸਲ ਵਿੱਚ ਦੇਖੀਏ ਤਾਂ ਅਸੀਂ ਜਦੋਂ ਅਸੰਖ ਕਹਿੰਦੇ ਹਾਂ, ਇਹ ਅਸਲ ਦੇ ਵਿੱਚ ਅਸੀਂ ਮੰਨ ਰਹੇ ਹੁੰਦੇ ਹਾਂ ਕਿ ਮੈਨੂੰ ਇਹ ਪਤਾ ਨਹੀਂ ਕਿ ਉਹ ਚੀਜ਼ ਕਿੰਨੀ। ਇਹ ਸਾਡੀ ਇਨਐਡਿਕੁਏਸੀ ਦਾ ਹੀ ਇੱਕ ਐਕਸਪ੍ਰੈਸ਼ਨ। ਤੋ ਅਸੰਖ ਕਹੈ ਸਿਰ ਭਾਰ ਹੋਏ ਤਾਂ ਆਪੇ ਹੀ ਆ ਗਿਆ ਕਿ ਜਦੋਂ ਅਸੀਂ ਅਸੰਖ ਕਹਿ ਦਿੱਤਾ ਤਾਂ ਅਸੀਂ ਬਿਨਾਂ ਸ਼ਬਦ ਵਰਤਿਆ ਇਹ ਵੀ ਗੱਲ ਨਾਲ ਕਹਿ ਦਿੱਤੀ ਕਿ ਮੈਂ ਦੱਸ ਨਹੀਂ ਸਕਦਾ ਵੀ ਇਹ ਕਿੰਨਾ ਹੈ। ਤਾਂ ਹੀ ਮੈਂ ਇਹ ਅਸੰਖ ਲਫ਼ਜ਼ ਬਣਾ ਲਿਆ। ਇਹ ਅਸੰਖ ਲਫ਼ਜ਼ ਸਾਨੂੰ ਮਿਲ ਗਿਆ ਕਿ ਅਸੰਖ ਕਹਿ ਦਿੱਤਾ ਜਿਵੇਂ ਕਿਤੇ ਬੜਾ ਵੱਡਾ ਮੈਂ ਕਿਸੇ ਨੂੰ ਕਹਿ ਰਿਹਾ ਹਾਂ, ਪਰ ਅਸਲ ਦੇ ਵਿੱਚ ਤੇ ਮੈਂ ਇਹਦੇ ਬਾਰੇ ਕੁਝ ਦੱਸ ਹੀ ਨਹੀਂ ਰਿਹਾ। ਤੋ ਅਸੰਖ ਕਹੈ ਸਿਰ ਭਾਰ ਹੋਏ। ਹੁਣ ਸਿਰਫ ਅਸੰਖ ਸ਼ਬਦ ਦੀ ਗੱਲ ਹੀ ਨਹੀਂ। ਸਤਿਗੁਰੂ ਅੱਗੇ ਹੋਰ ਤੁਰਦੇ ਹਨ, ਕਹਿੰਦੇ ਹਨ ਕਿ ਇਹ ਨਹੀਂ ਕਿ ਸਿਰਫ ਅਸੰਖ ਸ਼ਬਦ ਹੀ ਇਨਐਡਿਕੁਏਟ ਜਾਂ ਇਹਦੇ 'ਚ ਉਹ ਸਮਰੱਥਾ ਨਹੀਂ ਹੈ ਉਸ ਅਕਾਲ ਪੁਰਖ ਨੂੰ ਜਾਂ ਉਹਦੀ ਰਚਨਾ ਨੂੰ ਜਾਂ ਉਹਦੀ ਰਚਨਾ ਦੇ ਕਿਸੇ ਇੱਕ ਐਸਪੈਕਟ ਨੂੰ ਹੀ ਡਿਸਕ੍ਰਾਈਬ ਕਰਨ ਦੀ। ਹੁਣ ਉਹ ਕਹਿੰਦੇ ਹਨ ਕਿ ਨਹੀਂ, ਅਸਲ ਦੇ ਵਿੱਚ ਤਾਂ ਇਹ ਜਿਹੜੀ ਅਸਮਰੱਥਾ ਹੈ, ਉਹ ਏਡੀ ਵੱਡੀ ਅਸਮਰੱਥਾ ਹੈ ਕਿ ਸਾਡੇ ਕੋਲ ਕੋਈ ਸ਼ਬਦ ਵੀ ਐਸਾ ਨਹੀਂ ਹੈ ਕਿ ਜਿਹਦੇ ਨਾਲ ਅਸੀਂ ਇਹ ਡਿਸਕ੍ਰਾਈਬ ਕਰ ਸਕੀਏ। ਇਹ ਨਹੀਂ ਕਿ ਸਾਡੇ ਕੋਲ ਇੱਕ ਸ਼ਬਦ ਦੀ ਘਾਟ ਹੈ। ਅਸੀਂ ਜੋ ਕੁਝ ਵੀ ਬੋਲ ਰਹੇ ਹਾਂ ਉਹ ਸਾਰਾ ਕੁਝ ਹੀ ਇਨਐਡਿਕੁਏਟ ਹੈ। ਹਾਂ, ਇਹ ਠੀਕ ਹੈ ਕਿ ਅਸੀਂ ਅੱਖਰਾਂ ਨੂੰ ਵਰਤ ਕੇ ਹੀ ਸ਼ਬਦ ਬਣਾਉਂਦੇ ਹਾਂ, ਉਹਨਾਂ ਦੇ ਨਾਲ ਹੀ ਅਸੀਂ ਸਾਰੇ ਕੰਮ ਕਰ ਰਹੇ ਹਾਂ। ਅਖਰੀ ਨਾਮ, ਅਖਰੀ ਸਾਲਾ, ਅਖਰੀ ਗਿਆਨ, ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ। ਵੀ ਉਹ ਜਦੋਂ ਅਸੀਂ ਅੱਖਰਾਂ ਦੇ ਨਾਲ ਵੀ ਡਿਸਕ੍ਰਾਈਬ ਕਰਦੇ ਹਾਂ, ਠੀਕ ਹੈ ਕਿ ਅਸੀਂ ਅਕਾਲ ਪੁਰਖ ਨੂੰ ਦੀ ਸਲਾਹ ਵੀ ਸਿਰਫ ਸਲਾਹ ਵੀ ਅੱਖਰਾਂ ਨਾਲ ਹੀ ਕਰਨੀ ਹੈ, ਸ਼ਬਦਾਂ ਨਾਲ ਕਰਨੀ ਹੈ। ਗਿਆਨ ਵੀ ਸ਼ਬਦਾਂ ਰਾਹੀਂ ਪ੍ਰਾਪਤ ਕਰਨਾ ਹੈ। ਉਸ ਅਕਾਲ ਪੁਰਖ ਦੇ ਗੁਣ ਵੀ ਅਸੀਂ ਗੀਤ ਵੀ ਉਹਦੇ ਅੱਖਰਾਂ ਨਾਲ ਹੀ ਗਾਉਣੇ ਹਨ। ਲਿਖਣਾ ਬੋਲਣਾ ਸਭ ਕੁਝ ਅਸੀਂ ਅੱਖਰਾਂ ਨਾਲ ਹੀ ਕਰਨਾ ਹੈ। ਪਰ ਸਤਿਗੁਰੂ ਕਹਿੰਦੇ ਹਨ ਕਿ ਇਹ ਅੱਖਰ ਜਿਹੜੇ ਹਨ, ਇਹ ਵੀ ਅਸਲ ਦੇ ਵਿੱਚ ਇਹਨਾਂ ਦੇ ਵਿੱਚ ਵੀ ਕੋਈ ਸਮਰੱਥਾ ਨਹੀਂ ਹੈ।
ਔਰ ਉਹ ਕਾਰਨ ਸਤਿਗੁਰਾਂ ਨੇ ਬੜੇ ਸੋਹਣੇ ਢੰਗ ਦੇ ਨਾਲ ਸਮਝਾ ਦਿੱਤਾ ਸਾਨੂੰ। ਇਹਦੇ ਵਿੱਚ ਇਨਐਡਿਕੁਏਸੀ ਸਾਡੀ ਜਿਹੜੀ ਸੀ ਉਹਨੂੰ ਹੋਰ ਦੱਸ ਦਿੱਤੀ ਕਿ ਉਹ ਅਸੀਂ ਤਾਂ ਉਹ ਸਾਡੇ ਸਿਰ ਦੇ ਉੱਤੇ ਤਾਂ ਅਕਾਲ ਪੁਰਖ ਨੇ ਸਾਡੇ ਭਾਗ ਲਿਖ ਦਿੱਤੇ, ਅੱਖਰਾਂ ਨਾਲ ਹੀ ਲਿਖ ਦਿੱਤੇ ਅਸੀਂ ਕਹਿ ਲਈਏ। ਪਰ ਅਕਾਲ ਪੁਰਖ ਦੇ ਉੱਤੇ ਕੋਈ ਐਸੇ ਅੱਖਰ ਨਹੀਂ ਹਨ ਜਿਹੜੇ ਉਹਦੇ ਉੱਤੇ ਜਾ ਉਹ ਭਾਵ ਉਹਨੂੰ ਅਸੀਂ ਡਿਸਕ੍ਰਾਈਬ ਵੀ ਕਰ ਕਿ ਜਿਨ ਇਹ ਲਿਖੇ ਤਿਸ ਤਿਲ ਨਾਏ। ਉਹ ਆਪ ਅੱਖਰਾਂ ਤੋਂ ਬਾਹਰ ਹੈ, ਉਹ ਅੱਖਰਾਂ ਦੇ ਵਿੱਚ ਨਹੀਂ ਆ ਸਕਦਾ। ਸਾਡੇ ਕੋਲ ਅਸੰਖ ਤੋਂ ਇਲਾਵਾ ਕੋਈ ਸ਼ਬਦ ਨਹੀਂ। ਅਸਲ ਵਿੱਚ ਜਿਹੜੇ ਅੱਖਰਾਂ ਤੋਂ ਅਸੰਖ ਸ਼ਬਦ ਬਣਿਆ ਹੈ ਉਹਨਾਂ ਵਿੱਚ ਵੀ ਇਹ ਸਮਰੱਥਾ ਨਹੀਂ। ਤੇ ਜੇ ਅੱਖਰਾਂ ਨਾਲ ਹੀ ਉਹਨੂੰ ਸਲਾਉਣਾ ਹੈ, ਗਿਆਨ ਲੈਣਾ ਹੈ, ਸਾਰਾ ਕੁਝ ਕਰਨਾ ਹੈ, ਪਰ ਅਸੀਂ ਉਸ ਅਕਾਲ ਪੁਰਖ ਨੂੰ ਤੇ ਇਹਨਾਂ ਅੱਖਰਾਂ ਦੇ ਨਾਲ ਅਸੀਂ ਕੁਝ ਸਮਝਾ ਹੀ ਨਹੀਂ ਸਕਦੇ, ਉਹਦੇ ਬਾਰੇ ਡਿਸਕ੍ਰਾਈਬ ਹੀ ਨਹੀਂ ਕਰ ਸਕਦੇ। ਤਾਂ ਫਿਰ ਜੇ ਸਾਡੀ ਏਡੀ ਵੱਡੀ ਅਸਮਰੱਥਾ ਹੈ ਤਾਂ ਫਿਰ ਸਾਡਾ ਕਰਨਾ ਕੀ ਬਣਦਾ ਹੈ? ਕਰਨਾ ਇੱਕੋ ਹੀ ਬਣਦਾ ਹੈ ਜੋ ਸਤਿਗੁਰਾਂ ਨੇ 4 ਪੰਕਤੀਆਂ ਦੇ ਵਿੱਚ ਫੇਰ ਸਾਡੇ ਸਾਹਮਣੇ ਦੁਬਾਰਾ ਰੱਖ ਦਿੱਤਾ ਹੈ ਕਿ ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਕਿਉਂਕਿ ਉਹ ਅਕਾਲ ਪੁਰਖ ਆਪ ਅੱਖਰਾਂ ਦੇ ਵਿੱਚ ਨਹੀਂ ਹੈ, ਉਹਨੇ ਸਾਰੇ ਜਗਤ ਦੀ ਰਚਨਾ ਕੀਤੀ ਹੈ। ਉਹ ਜਿੱਥੇ ਵੀ ਉਹਨੇ ਰਚਨਾ ਕੀਤੀ ਹੈ ਉਹਦੇ ਵਿੱਚੋਂ ਵਰਤ ਵੀ ਰਿਹਾ ਹੈ। ਜੇਤਾ ਕੀਤਾ ਤੇਤਾ ਨਾਉ, ਵਿਣ ਨਾ ਵੈ ਨਾ ਹੀ ਕੋ ਥਾਉ। ਤਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਨਾ ਅਸੀਂ ਉਹਦੇ ਕੀਤੇ ਦੇ ਉੱਤੇ ਕੀਤੇ ਨੂੰ ਅੱਖਰਾਂ ਦੇ ਨਾਲ ਅੱਖਰਾਂ ਨੂੰ ਵਰਤ ਕੇ ਅਸੀਂ ਡਿਸਕ੍ਰਾਈਬ ਕਰ ਸਕਦੇ ਹਾਂ, ਕਿਉਂਕਿ ਅੱਖਰਾਂ ਵਿੱਚ ਇੰਨੀ ਸਮਰੱਥਾ ਹੀ ਨਹੀਂ ਹੈ। ਔਰ ਉਹ ਫਿਰ ਉਸ ਕੀਤੇ ਦੇ ਵਿੱਚ ਆਪ ਨਾਮ ਰੂਪ ਹੋ ਕੇ ਵਰਤ ਰਿਹਾ ਹੈ। ਇਸ ਜਗਤ ਦੇ ਵਿੱਚ, ਪੂਰੀ ਸ੍ਰਿਸ਼ਟੀ ਦੇ ਵਿੱਚ ਜਿੰਨਾ ਵਿਸ਼ਾਲ ਬ੍ਰਹਿਮੰਡ ਹੈ, ਉਹ ਸਾਰੇ ਦੇ ਵਿੱਚ ਕੋਈ ਐਸੀ ਥਾਂ ਨਹੀਂ ਜਿੱਥੇ ਅਕਾਲ ਪੁਰਖ ਨਾਮ ਦੇ ਰੂਪ ਵਿੱਚ ਵਰਤ ਨਹੀਂ ਰਿਹਾ। ਬਿਨ ਨਾਮ ਹੈ ਨਾ ਹੀ ਕੋ ਥਾਂ। ਤੋ ਸਤਿਗੁਰੂ ਜੀ ਕਹਿੰਦੇ ਹਨ ਕਿ ਅੱਖਰ ਸਾਡੇ ਕੋਲ ਹੈ ਨਹੀਂ, ਸ਼ਬਦ ਸਾਡੇ ਕੋਲ ਹੈ ਨਹੀਂ, ਅਸੰਖ ਵੀ ਕਹਿੰਦੇ ਆ ਤੇ ਉਹਦੇ ਨਾਲ ਵੀ ਗੱਲ ਨਹੀਂ ਬਣਦੀ। ਅੱਖਰਾਂ ਤੋਂ ਬਿਨਾਂ ਵੀ ਸਾਡਾ ਗੁਜ਼ਾਰਾ ਨਹੀਂ, ਤਾਂ ਫਿਰ ਅਸੀਂ ਕਰੀਏ ਕੀ? ਉਸ ਅਕਾਲ ਪੁਰਖ ਦੀ ਤਾਂ ਅਸੀਂ ਉਸਤਤ ਵੀ ਨਹੀਂ ਕਰ ਸਕਦੇ, ਅਸੀਂ ਉਹਨੂੰ ਡਿਸਕ੍ਰਾਈਬ ਵੀ ਨਹੀਂ ਕਰ ਸਕਦੇ। ਤੋ ਇਹ ਜਿਹੜੀ ਅਸਮਰੱਥਾ ਹੈ ਸਾਡੀ, ਉਹਦੇ ਵਿੱਚ ਸਤਿਗੁਰੂ ਕਹਿ ਰਹੇ ਹਨ ਕਿ ਇੱਕੋ ਹੀ ਸਾਡੇ ਕੋਲ ਆਲਟਰਨੇਟਿਵ ਜਿਹੜਾ ਹੈ ਉਹ ਹੈ ਉਸ ਅਕਾਲ ਪੁਰਖ ਦੇ ਜੋ ਉਹਦੀ ਕੁਦਰਤ ਵਰਤ ਰਹੀ ਹੈ, ਉਹਨੂੰ ਦੇਖ ਦੇਖ ਕੇ, ਉਹਦੇ ਵਰਤਾਰੇ ਨੂੰ, ਉਹਦੇ ਕੌਤਕ ਨੂੰ ਦੇਖ ਦੇਖ ਕੇ ਬਲਿਹਾਰ ਜਾਣ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਰਸਤਾ ਨਹੀਂ ਹੈ। ਤੋ ਇੱਕ ਭਗਤ ਜਿਹੜਾ ਹੈ ਉਹਦੀ ਅਵਸਥਾ ਤੇ ਸਿਰਫ ਉਸ ਅਕਾਲ ਪੁਰਖ ਦਾ ਇਹ ਸਾਰਾ ਵਰਤਾਰਾ, ਉਹਦੇ ਕੌਤਕ ਦੇਖ ਕੇ ਵਾਰਿਆ ਨਾ ਜਾਵਾਂ ਏਕ ਵਾਰ ਦੀ ਅਵਸਥਾ ਤੱਕ ਪਹੁੰਚਣਾ ਹੈ। ਸ਼ਬਦ ਵੀ ਸਾਡੇ ਕੰਮ ਨਹੀਂ, ਅੱਖਰ ਵੀ ਸਾਡੇ ਕੰਮ ਨਹੀਂ। ਤਾਂ ਇਹ ਸਮਝ ਲਈਏ ਕਿ ਜਿਹੜੀ ਕੁਦਰਤ ਦੀ ਰਚਨਾ ਹੈ, ਜਿਹੜੀ ਰਚਨਾ ਹੈ ਉਹ ਉਸਦੀ ਹੋਂਦ ਉਹਦੇ ਵਿੱਚ ਹੀ ਸਮਾਈ ਹੋਈ ਹੈ। ਉਹਨੂੰ ਅਸੀਂ ਸ਼ਬਦਾਂ ਦੇ ਨਾਲ ਡਿਸਕ੍ਰਾਈਬ ਨਹੀਂ ਕਰ ਸਕਦੇ। ਇਹ ਜੋ ਸਤਿਗੁਰਾਂ ਨੇ ਫੈਨੋਮੀਨਾ ਇੱਥੇ ਡਿਸਕ੍ਰਾਈਬ ਕੀਤਾ ਹੈ ਕਿ ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ, ਇਸ ਗੱਲ ਨੂੰ ਵੀ ਅਸੀਂ ਸ਼ਬਦਾਂ ਦੇ ਨਾਲ, ਅੱਖਰਾਂ ਦੇ ਨਾਲ ਡਿਸਕ੍ਰਾਈਬ ਨਹੀਂ ਕਰ ਸਕਦੇ। ਤਾਂ ਪੂਰੀ ਰਚਨਾ ਦੇ ਵਿੱਚ ਉਹ ਅਕਾਲ ਪੁਰਖ ਵਰਤ ਰਿਹਾ ਹੈ, ਉਹ ਸਮਾਇਆ ਹੋਇਆ ਹੈ, ਨਾਮ ਦਾ ਰੂਪ ਹੋ ਕੇ ਸਮਾਇਆ ਹੋਇਆ ਹੈ। ਔਰ ਜੋ ਹੈ ਅਕਾਲ ਪੁਰਖ, ਉਹ ਉਹਦੇ ਤੋਂ ਸਿਵਾਏ ਸਾਡੀ ਇਹ ਅਵਸਥਾ ਬਣੇ ਕਿ ਉਹਦੇ ਨਾਲ ਸਾਡਾ ਪ੍ਰੇਮ ਹੋਵੇ, ਅਸੀਂ ਉਹ ਵਿਸਮਾਦ ਦੀ ਅਵਸਥਾ ਵਿੱਚ ਆ ਕੇ ਉਸ ਅਕਾਲ ਪੁਰਖ ਦੇ ਅੱਗੇ ਵਾਰੇ ਜਾਣ ਦੀ, ਬਲਿਹਾਰ ਜਾਣ ਦੀ ਅਵਸਥਾ ਜਿਹੜੀ ਹੈ, ਉਹ ਸਾਰੀ ਕੁਦਰਤ ਦੇ ਨਾਲ ਪ੍ਰੇਮ ਕਰਨ ਦੀ, ਸਾਈ ਭਲੀ ਕਾਰ ਦੇ ਨਾਲ ਪ੍ਰੇਮ ਕਰਨ ਦੀ, ਸਭ ਨੂੰ ਆਪਣਾ ਸਮਝਣ ਦੀ, ਔਰ ਇਸ ਸਾਰੀ ਰਚਨਾ ਵਿੱਚੋਂ ਉਸ ਅਕਾਲ ਪੁਰਖ ਸਦਾ ਸਲਾਮਤ ਨਿਰੰਕਾਰ ਨੂੰ ਉਹਦੇ ਦਰਸ਼ਨ ਕਰਨ ਦੀ ਔਰ ਉਹਦੀ ਹਜ਼ੂਰੀ ਦੇ ਵਿੱਚ ਜਿਹੜਾ ਜੀਵਨ ਜੀਣ ਦੀ ਗੱਲ ਹੈ, ਉਸ ਤੋਂ ਇਲਾਵਾ ਭਗਤ ਦੀ ਕੋਈ ਹੋਰ ਅਵਸਥਾ ਨਹੀਂ ਬਣ ਸਕਦੀ। ਕਿਉਂਕਿ ਇਹ ਇੰਨਾ ਵਿਸਮਾਦ ਭਰਪੂਰ ਫਿਨੋਮੀਨਾ ਹੈ। ਜਦੋਂ ਜਿਵੇਂ ਕਿ ਸਤਿਗੁਰਾਂ ਨੇ ਸ਼ੁਰੂ ਤੋਂ ਸਾਨੂੰ ਇਹ ਉਂਗਲ ਫੜ ਕੇ ਤੁਰਵਾਉਂਦੇ ਇੱਥੇ ਤੱਕ ਲੈ ਆਏ ਹਨ ਕਿ ਜਿਉਂ-ਜਿਉਂ ਭਗਤ ਦੀ ਅਵਸਥਾ, ਜਗਿਆਸੂ ਦੀ ਅਵਸਥਾ ਨਾਮ ਸਿਮਰਨ ਨਾਲ ਲੱਗ ਕੇ ਹੁਕਮ ਵਿੱਚ ਚੱਲ ਕੇ ਉੱਚੀ ਹੁੰਦੀ ਜਾਂਦੀ ਹੈ, ਉਹਦੀ ਦ੍ਰਿਸ਼ਟੀ ਵਿਸ਼ਾਲ ਹੁੰਦੀ ਜਾਂਦੀ ਹੈ, ਤਾਂ ਉਹਦੀ ਅਵਸਥਾ ਉਹਨੂੰ ਵਿਸਮਾਦ ਦੀ ਅਵਸਥਾ ਤੱਕ ਸਤਿਗੁਰੂ ਲੈ ਆਏ ਹਨ, ਵਾਰੇ ਜਾਣ ਦੀ ਅਵਸਥਾ ਤੱਕ ਲੈ ਆਏ ਹਨ, ਉਹਦੀ ਹਜ਼ੂਰੀ ਦੀ ਅਵਸਥਾ ਤੱਕ ਲੈ ਆਏ ਹਨ ਕਿ ਉਹਦੀ ਹਜ਼ੂਰੀ ਦੇ ਵਿੱਚ ਹੀ
ਸਤਿਗੁਰੂ ਕਹਿੰਦੇ ਹਨ ਕਿ ਅਕਾਲ ਪੁਰਖ ਦੀ ਹਜ਼ੂਰੀ ਦਾ ਹੀ ਹੁਣ ਜੋ ਜੀਵਨ ਹੈ ਉਹ ਅਸੀਂ ਬਤੀਤ ਕਰਨਾ ਹੈ। ਤੋ ਇੰਨੀ ਵਿਚਾਰ ਹੀ ਅੱਜ ਪ੍ਰਵਾਨ ਕਰਨੀ ਜੀ। ਹੋਈਆਂ ਭੁੱਲਾਂ ਚੁੱਕਾਂ ਦੀ, ਅਨੇਕਾਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਿ ਸਕਦੇ ਹੋ ਤੇ ਅਗਲੀ ਪੌੜੀ ਲੈ ਲਓ। ਪੂਰੀ ਵਿੱਚ ਬਹੁਤ ਬਹੁਤ ਧੰਨਵਾਦ ਜੀ ਵੀਰ ਪ੍ਰਭ ਕੀਰਤਨ ਸਿੰਘ ਜੀ। ਐਕਚੁਅਲੀ ਇਹ 3 ਪੌੜੀਆਂ ਦਾ ਹੀ ਲੜੀ ਹੈ, ਜਿਹੜੀ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਵੀ ਜਦੋਂ ਪੌੜੀ ਵਾਈਜ਼ ਅਰਥ ਕੀਤੇ ਹਨ ਤਾਂ ਇਹਨਾਂ ਦੇ 16, 17, 18, 19 ਜੇ ਪੰਜ ਪ੍ਰਵਾਨ ਦੀ ਪੌੜੀ ਨੂੰ ਨਾਲ ਲਾ ਕੇ ਕੁਛ ਇਸ ਤਰ੍ਹਾਂ ਅਰਥ ਉਹਨਾਂ ਨੇ ਕੀਤੇ ਹੈ। ਪ੍ਰੋਫੈਸਰ ਸਾਹਿਬ ਸਿੰਘ ਨੇ ਸਿਰਫ 3 ਪੌੜੀਆਂ ਦਾ ਹੀ ਇੱਕ ਸਬਜੈਕਟ ਬਣਾਇਆ। ਇਹ ਥੋੜ੍ਹੇ ਜਿਹਾ ਸਮਝਣ ਲਈਏ, ਆਪਾਂ ਨੂੰ ਵਿਚਾਰ ਲਾ ਹੋਰ ਕਰ ਲਈਏ, ਕਿੰਨੇ ਪਿਆਰੀਆਂ ਗੱਲਾਂ ਗੁਰੂ ਪਾਤਸ਼ਾਹ ਜੀ ਨੇ ਸਾਡੇ ਜੀਵਨ ਨੂੰ ਸੇਧ ਬਖਸ਼ਿਸ਼ ਕੀਤੀ ਹੈ। ਉਹ ਗੱਲਾਂ ਸਮਝਾ ਕੇ ਸਤਿਗੁਰੂ ਜੀ ਨੇ ਅਸਲ ਵਿੱਚ ਬਿਸਮਾਦ ਦੀ ਅਵਸਥਾ ਦਾ ਜ਼ਿਕਰ ਕੀਤਾ। ਜਪ ਦੀ ਬਾਣੀ ਦੀ ਅਸੀਂ ਬੰਤਰ ਜਦੋਂ ਵੇਖਦੇ ਹਾਂ, ਮੂਲ ਮੰਤਰ ਤੋਂ ਸ਼ੁਰੂ ਹੋ ਕੇ ਸ਼ਲੋਕ ਤੋਂ ਬਾਅਦ ਪੌੜੀਆਂ ਸ਼ੁਰੂ ਹੁੰਦੀਆਂ ਨੇ, ਤੇ ਉਹਨਾਂ ਪੌੜੀਆਂ ਤੋਂ ਜਦੋਂ ਅਸੀਂ ਸਮਝਦੇ ਹਾਂ, ਜਦ ਪੌੜੀਆਂ ਦੀ ਸ਼ੁਰੂਆਤ ਹੁੰਦੀ ਹੈ ਤਾਂ ਉਹ ਇੱਕ ਬਾਹਰਮੁਖੀ ਜਿਹਾ ਸੀਨ ਗੁਰੂ ਪਾਤਸ਼ਾਹ ਜੀ ਨੇ ਖਿੱਚਿਆ ਵੀ ਲੋਕੀ ਕੀ ਕਰਦੇ ਨੇ, ਲੋਕਾਂ ਦੇ ਵਿੱਚ ਕੀ ਚੀਜ਼ਾਂ ਪ੍ਰਚਲਿਤ ਹਨ। ਉੱਥੋਂ ਹੀ ਗੱਲਾਂ ਸ਼ੁਰੂ ਹੁੰਦੀਆਂ, ਤੇ ਜਿਵੇਂ ਜਿਵੇਂ ਮਨ 'ਚ ਵਧੇਰੇ ਖਿਆਲ ਉੱਠਣਗੇ, ਬਾਹਰਮੁਖੀ ਕਰਮ ਕਰਨ ਦੀਆਂ ਸੁਭਾਅ ਬਣਨਗੇ, ਤਿਵੇਂ ਤਿਵੇਂ ਉਸ ਮਾਲਕ ਨਾਲੋਂ ਵਿੱਥ ਹੋਰ ਵੱਧਦੀ ਜਾਏਗੀ, ਵਿੱਥ ਨਹੀਂ ਮੁੱਕੇਗੀ। ਕਿਉਂਕਿ ਮਾਲਕ ਨਾਲੋਂ ਵਿੱਥ ਮੁਕਾਉਣ ਦਾ ਇਹ ਵਸੀਲਾ ਨਹੀਂ ਸੀ ਜੋ ਗੁਰੂ ਪਾਤਸ਼ਾਹ ਨੇ ਪਹਿਲੀਆਂ 7-8 ਪੌੜੀਆਂ ਵਿੱਚ ਜ਼ਿਕਰ ਕੀਤਾ, ਉਹਨਾਂ ਦਾ ਹੀ ਵੀ ਇਹ ਤਰੀਕੇ ਚੱਲ ਰਹੇ ਹਨ। ਬਾਹਰਮੁਖੀ ਲੋਕ ਵਿਚਾਰਾਂ ਕਰਦੇ ਨੇ, ਪਰ ਇਹਨਾਂ ਦੇ ਨਾਲ ਵਿੱਥ ਨਹੀਂ ਮਿਟ ਸਕਦੀ, ਸਗੋਂ ਮਨ ਹੋਰ ਜਿਹੜਾ ਹੈ ਉਹ ਭਾਰਾ ਹੋ ਜਾਂਦਾ ਹੈ, ਹੋਰ ਭਾਰਾ ਹੋ ਜਾਂਦਾ ਹੈ। ਉਹ ਉਹਨਾਂ ਦਾ ਸੰਬੰਧ ਨਾਮ ਹੀ ਨਾਲ ਜਾਂ ਮਿੱਤਰ ਉਹਨਾਂ ਨਾਲ ਜੁੜ ਜਾਂਦਾ ਹੈ, ਜਾਂ ਕੁਟੁੰਬ ਦਾ ਮੋਹ, ਪਰਿਵਾਰ ਦਾ ਮੋਹ, ਉਹ ਕਰਮ ਕਾਂਡ ਜਿਹਨੂੰ ਅਸੀਂ ਦੂਜੇ ਲਫ਼ਜ਼ਾਂ 'ਚ ਕਰਮ ਕਾਂਡ ਕਹਿੰਦੇ ਹਾਂ। ਉਹ ਕਰਮ ਕਾਂਡ ਸਾਨੂੰ ਪਰਮੇਸ਼ਰ ਦੇ ਦਰ ਤੇ ਵਿਸਮਾਦ ਦੀ ਅਵਸਥਾ ਤੇ ਨਹੀਂ ਲਿਜਾ ਸਕਦੇ। ਉਹ ਸਾਰਿਆਂ ਦਾ ਜ਼ਿਕਰ ਗੁਰੂ ਪਾਤਸ਼ਾਹ ਜੀ ਨੇ ਪਹਿਲੀਆਂ ਪੌੜੀਆਂ ਵਿੱਚ ਕੀਤਾ ਹੈ। ਜਿੱਥੋਂ ਅਸੀਂ ਸੋਚਾਂ ਤੋਂ ਗੱਲ ਸ਼ੁਰੂ ਕਰਦੇ ਹਾਂ, ਇਸ਼ਨਾਨ ਤੋਂ ਕਰਕੇ ਸਾਰੀਆਂ ਚੀਜ਼ਾਂ ਦਾ ਜ਼ਿਕਰ ਗੁਰੂ ਪਾਤਸ਼ਾਹ ਕਰਦੇ ਨੇ। ਇਹ ਕਹਿ ਲਈ ਕਿ ਉਸ ਅਵਸਥਾ ਵਿੱਚ ਜੇ ਕੋਈ ਧਰਮ ਕਰਮ ਕਰ ਵੀ ਲਵੇ ਤਾਂ ਉਹਦੇ ਵਿੱਚੋਂ ਸਹਿਜ ਦੀ ਪ੍ਰਾਪਤੀ ਨਹੀਂ ਹੁੰਦੀ, ਵਿਸਮਾਦ ਦੀ ਪ੍ਰਾਪਤੀ ਨਹੀਂ ਹੁੰਦੀ। ਕਿਉਂ ਨਹੀਂ ਹੁੰਦੀ? ਕਿਉਂਕਿ ਉਸ ਧਰਮ ਕਰਮ ਵਿੱਚ ਉਹਦੇ ਸੁਰਤ ਦੀ ਇਕਾਗਰਤਾ ਨਹੀਂ ਹੁੰਦੀ, ਕਿਉਂਕਿ ਉਹਦਾ ਧਿਆਨ ਬਾਹਰਮੁਖੀ ਹੈ। ਤਾਂ ਸਤਿਗੁਰੂ ਜੀ ਨੇ ਗੁਰਬਾਣੀ ਦੇ ਅੰਦਰ ਵੀ ਐਸੀ ਗੱਲਾਂ ਸਮਝਾਈਆਂ ਨੇ, ਜਾਰੂ ਐਸੀ ਪ੍ਰੀਤ ਕੁਟੰਬ ਸੰਬੰਧੀ ਮਾਇਆ ਮੋਹ ਪਸਾਰੀ। ਕਿਹੜੀ? ਜਿਹੜੀ ਸਾਨੂੰ ਬਾਹਰ ਨਾਲ ਜੋੜ ਦਿੰਦੀ ਹੈ। ਜਿਸ ਅੰਤਰ ਪ੍ਰੀਤ ਰਾਮ ਰਸ ਨਾਹੀ ਦੁਬਦਾ ਕਰਮ ਵਿਕਾਰੀ। ਜਿਨ੍ਹਾਂ ਦੇ ਅੰਦਰ ਪ੍ਰੀਤ ਨਹੀਂ ਬਣੀ, ਉਹਨਾਂ ਦੇ ਸਾਰੇ ਕਰਮ ਜਿਹੜੇ ਦੁਬਦਾ ਦੇ ਵਿੱਚ ਹੀ ਨੇ। ਇਸ ਦੁਬਦਾ ਚੋਂ ਕੱਢਣ ਲਈ ਗੁਰੂ ਪਾਤਸ਼ਾਹ ਜੀ ਨੇ ਫਿਰ ਸਾਡੇ ਤੇ ਬਖਸ਼ਿਸ਼ ਦੀ ਗੱਲ ਕੀਤੀ। ਗੁਰੂ ਸਾਨੂੰ ਇੱਕ ਵਿਚਾਰ ਦੀ ਗੱਲ ਬਖਸ਼ਦਾ ਹੈ, ਸੋਚ ਦੀ ਗੱਲ ਬਖਸ਼ਦਾ ਹੈ, ਹੁਕਮ ਰਜ਼ਾਈ ਚੱਲਣ ਦਾ ਢੰਗ ਦੱਸਦਾ ਹੈ। ਗੁਰੂ ਸਾਨੂੰ ਸ਼ਬਦ ਦੀ ਬਖਸ਼ਿਸ਼ ਕਰਦਾ ਹੈ, ਤੇ ਉਹ ਵਿਚਾਰ ਕਰਦਿਆਂ ਕਰਦਿਆਂ, ਸੁਣਦਿਆਂ ਸੁਣਦਿਆਂ ਇੱਕ ਰਸ ਜਿਹਾ ਮਿਲਦਾ ਹੈ, ਇੱਕ ਰਸ ਪ੍ਰਾਪਤ ਹੁੰਦਾ ਹੈ। ਹੋਣਾ ਵੀ ਚਾਹੀਦਾ ਹੈ। ਧਰਮ ਦੀ ਦੁਨੀਆ ਦੇ ਇਵੇਂ ਨਹੀਂ ਚੱਲਦੀ ਕਿ ਅਸੀਂ ਪੜ੍ਹੀ ਜਾਈਏ ਜਾਂ ਕਰੀ ਜਾਈਏ, ਤਾਂ ਇਹ ਪੜ੍ਹਨ ਕਰਮ ਵਿੱਚੋਂ ਇੱਕ ਰਸ ਬਣਨਾ ਚਾਹੀਦਾ ਹੈ। ਜਦੋਂ ਉਹ ਰਸ ਮਿਲਦਾ ਹੈ ਤਾਂ ਫਿਰ ਬਾਕੀ ਰਸਾਂ ਦੇ ਉੱਤੋਂ ਸਾਡੇ ਵਿਚਾਰ ਜਿਹੜੇ ਹਨ ਟੁੱਟਣੇ ਸ਼ੁਰੂ ਹੋ ਜਾਂਦੇ ਨੇ। ਇੱਕ ਨਾਮ ਦਾ ਰਸ, ਪਿਆਰੇ ਦੇ ਪਿਆਰ ਦਾ ਰਸ, ਪ੍ਰੀਤਮ ਦਾ ਰਸ, ਜਦੋਂ ਉਹ ਰਸ ਮਿਲਦਾ ਹੈ ਤਾਂ ਉਹਨਾਂ ਦੀ ਜ਼ਿਕਰ ਗੁਰੂ ਪਾਤਸ਼ਾਹ ਜੀ ਨੇ ਸੁਣਿਆ ਦੀ ਪੌੜੀਆਂ ਦੇ ਵਿੱਚ ਸਾਡੇ ਨਾਲ ਲੜੀ ਨੂੰ ਜੋੜ ਦਿੱਤਾ। ਤੇ ਉੱਥੇ ਫਿਰ ਇਹ ਕਹਿ ਲਈਏ ਵੀ ਸਹਿਜੇ ਸਹਿਜੇ, ਹੌਲੀ ਹੌਲੀ ਜਦੋਂ ਇਹ ਰੱਬੀ ਵਿਚਾਰ ਜਿਹੜੇ ਹਨ, ਪਿਆਰੇ ਦੇ ਪ੍ਰੀਤਮ ਦੇ ਦਰ ਦੇ ਘਰ ਦੇ ਬੋਲ ਜਿਹੜੇ ਹਨ, ਉਹ ਆਟੋਮੈਟਿਕ ਹੀ ਇਹਨਾਂ ਕੰਨਾਂ ਨੂੰ ਆਪਣੇ ਆਪ ਸੁਣਦੇ ਹਨ। ਬਾਹਰ ਦਾ ਗਾਵਿਆ ਸੁਣਿਆ ਜਦੋਂ ਹਿਰਦੇ ਵਿੱਚ ਚਲਾ ਜਾਂਦਾ ਤਾਂ ਫਿਰ ਫੁਰਨਿਆਂ ਦਾ ਅਭਾਵ ਹੋ ਜਾਂਦਾ, ਫੁਰਨੇ ਮੁੱਕ ਜਾਂਦੇ ਨੇ। ਉਸ ਲਈ ਫੁਰਨੇ ਨਹੀਂ ਫੁਰਦੇ। ਫਿਰ
ਵਾਹਿਗੁਰੂ ਦੀ ਇਸ ਪਿਆਰ ਭਰੀ ਯਾਦ ਦੇ ਨਾਲ ਜਦੋਂ ਅੰਦਰੋਂ ਬਾਹਰੋਂ ਖਾਂਦੇ ਪੀਂਦੇ ਸੌਂਦੇ ਜਾਗਦੇ ਬਹਿੰਦੇ ਉੱਠਦੇ ਕਾਰ ਵਿਹਾਰ ਕਰਦੇ ਹਾਂ, ਜਦੋਂ ਅਸੀਂ ਉਹਦੀਆਂ ਸਿਫਤ ਸਲਾਹ ਦੀਆਂ ਗੱਲਾਂ ਕਰਦੇ ਹਾਂ ਗੁਰੂ ਪਾਤਸ਼ਾਹ ਜੀ ਕਮਾਲ ਦੀਆਂ ਗੱਲਾਂ ਸਾਨੂੰ ਸਮਝਾਉਂਦੇ ਨੇ। ਕਹਿੰਦੇ ਨੇ ਫਿਰ ਅੰਦਰ ਆਤਮਾ ਅੰਦਰ ਸਾਡੇ ਉਸ ਵਾਹਿਗੁਰੂ ਦੀ ਪਿਆਰ ਦੀਆਂ ਇੱਕ ਝਰਨਾਹਟ ਜਿਹੜੀ ਛਿੜਦੀ ਹੈ, ਅੰਦਰੋਂ ਮਹਿਸੂਸ ਹੁੰਦਾ ਹੈ, ਅੰਦਰੋਂ ਮਹਿਸੂਸ ਹੁੰਦਾ ਹੈ। ਤੇ ਫਿਰ ਜਦੋਂ ਅੰਦਰੋਂ ਮਹਿਸੂਸ ਹੁੰਦਾ ਫਿਰ ਮਨ ਭਿੱਜਦਾ ਹੈ। ਉਹਨੂੰ ਗੁਰੂ ਸਾਹਿਬ ਕਹਿੰਦੇ ਗੁਰਬਾਣੀ ਸੁਣਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਕਰ ਆਵੇਗੋ। ਵੀ ਗੁਰਬਾਣੀ ਸੁਣ ਕੇ ਮਨ ਦਰਵ ਗਿਆ, ਭਿੱਜ ਗਿਆ, ਨਿਜ ਘਰ ਵਾਲੇ ਪਾਸੇ ਨੂੰ ਤੁਰ ਪਿਆ, ਨਿਜ ਘਰ ਵਾਲੇ ਪਾਸੇ ਨੂੰ ਤੁਰਦਾ ਹੈ। ਫਿਰ ਹੁੰਦਾ ਕੀ ਉੱਥੇ ਤਾਂ ਅਰਹਤ ਧੁਨੀ ਬਾਜੇ ਨਿਤ ਬਾਜੇ ਨਿਚਾਰ ਧਾਰ ਚੁਆਵੇਗੋ। ਅਨਹਤ ਧੁਨੀ ਲਗਾਤਾਰ ਨਾ ਟੁੱਟਣ ਵਾਲੀ ਆਨੰਦ ਦਾ ਅਵਸਥਾ, ਜਿਹਨੂੰ ਕੱਲ ਵਿਕਾਸ ਦੀ ਅਵਸਥਾ, ਜਿਹੜੀ ਅੱਜ ਗੁਰੂ ਪਾਤਸ਼ਾਹ ਨੇ ਵਿਸਮਾਦ ਦੀ ਅਵਸਥਾ ਦਾ ਜ਼ਿਕਰ ਕੀਤਾ, ਉਹ ਵਿਸਮਾਦ ਦੀ ਅਵਸਥਾ ਫਿਰ ਬਣਦੀ ਹੈ। ਗਾਵੀਏ ਤੇ ਸੁਣਿਆ ਦੇ ਜਦੋਂ ਪੜਾਅ ਤੋਂ ਟੱਪ ਕੇ ਇਹ ਅਵਸਥਾ ਜਦੋਂ ਮੰਨਣ ਦੇ ਵਿੱਚ ਬਦਲ ਜਾਂਦੀ ਹੈ, ਫਿਰ ਅਵਸਥਾ ਵਿੱਚ ਜੀਵ ਦੀ ਸੁਰਤ ਵਿਸ਼ਾਲ ਹੁੰਦੀ ਹੈ, ਖੰਡਾਂ ਬ੍ਰਹਮੰਡਾਂ ਦੀ ਉਹਦੀ ਸੋਝੀ ਜਿਹੜੀ ਹੈ ਹੋ ਜਾਂਦੀ ਹੈ। ਵਿਸਮਾਦ ਵਿੱਚ ਮਨ ਕਦੋਂ ਆਉਂਦਾ ਹੈ? ਜਦੋਂ ਕਰਤਾਰ ਦੀ ਕੁਦਰਤ ਨੂੰ ਦੇਖ ਕੇ ਮਨ ਵਾਹ ਵਾਹ ਕਰ ਉੱਠੇ। ਵਿਸਮਾਦ ਕੀ ਹੈ? ਹਰ ਚੀਜ਼ ਵਿੱਚ ਉਹਨੂੰ ਵਾਹ ਵਾਹ ਦੀ ਗੱਲ ਨਜ਼ਰ ਆਵੇ। ਹੋਰ ਵਿਸਮਾਦ ਕੀ ਹੈ? ਹੋਰ ਜਿਹੜੀ ਗੱਲ ਗੁਰੂ ਪਾਤਸ਼ਾਹ ਨੇ ਜ਼ਿਕਰ ਕੀਤਾ ਵਿਕਾਸ ਦੀ ਹੈ, ਉਹ ਕਿਹੜਾ ਵਿਕਾਸ ਹੈ? ਤੂੰ ਸਦਾ ਸਲਾਮਤ ਨਿਰੰਕਾਰ ਦੇ ਉਸ ਪਰਮੇਸ਼ਰ ਨੂੰ ਕਿਉਂ ਇੰਨੀ ਵਡਿਆਈ ਦਿੱਤੀ? ਕਿਉਂਕਿ ਫਿਰ ਉਹਨੂੰ ਜੀਵ ਨੂੰ ਉਹਦੀ ਖੰਡਾਂ ਬ੍ਰਹਮੰਡਾਂ ਉਹਦੀ ਭਾਵ ਉਹਦੀ ਕੁਦਰਤ ਦੇ ਵਿੱਚ ਕਾਦਰ ਦੀ ਜਿਹੜੀ ਗੱਲ ਹੋਂਦ ਜਿਹੜੀ ਹੈ ਦਿਸਦੀ ਹੈ। ਇਸ ਜਾਗੀ ਹੋਈ ਇਹ ਸੁਰਤ ਜਦੋਂ ਜਾਗ ਪੈਂਦੀ ਹੈ, ਜਾਗੀ ਹੋਈ ਸੁਰਤ ਨੂੰ ਫਿਰ ਕੀ ਉਸ ਵਾਹਿਗੁਰੂ ਦੀ ਜੋਤ ਦਾ ਝਲਕਾਰਾ ਹਰ ਥਾਂ ਤੇ ਮਹਿਸੂਸ ਹੁੰਦਾ। ਉਹਦੀ ਵਾਹਿਗੁਰੂ ਦੀ ਜੋਤ ਸਭ ਮੈਂ ਜੋਤ ਹੈ ਸੋਏ ਦੀ ਗੱਲ ਉੱਥੇ ਆ ਕੇ ਪ੍ਰਗਟ ਰੂਪ ਵਿੱਚ ਸਾਡੇ ਸਾਹਮਣੇ ਆਉਂਦੀ ਹੈ। ਇਸ ਅਵਸਥਾ ਵਿੱਚੋਂ ਜਦੋਂ ਜਿਵੇਂ ਜੀਵ ਤੁਰਦਾ ਹੈ, ਫਿਰ ਉਹਦੇ ਹਿਰਦੇ ਵਿੱਚੋਂ ਪ੍ਰੇਮ ਦੀਆਂ ਤਰੰਗਾਂ ਚੱਲਦੀਆਂ ਨੇ। ਇਹ ਜਿਹੜੀਆਂ ਸੰਖ ਦੀਆਂ ਤਿੰਨੇ ਪੌੜੀਆਂ ਨੇ, ਗੁਰੂ ਸਾਹਿਬ ਜੀ ਨੇ ਇਨਸਾਨ ਦੀ ਸੋਚਣੀ ਨੂੰ ਜੁੜੇ ਹੋਏ ਮਨੁੱਖ ਦੀ ਵਿਸਮਾਦ ਵਿੱਚ ਆਏ ਹੋਏ ਵਿਕਾਸ ਵਿੱਚ ਆਏ ਹੋਏ ਮਨੁੱਖ ਦੀ ਸੋਚ ਦੀ ਗੱਲ ਕੀਤੀ ਹੈ। ਉੱਥੇ ਨਾਮੀ ਵੀ ਚੋਰ ਵੀ ਉਹਨੂੰ ਇੱਕੋ ਜਿਹੇ ਜਾਪਦੇ ਨੇ। ਕਿਉਂ? ਕਿ ਉਹਦੇ ਅੰਦਰ ਵਿਸਮਾਦ ਦੀ ਅਵਸਥਾ ਜਿਹੜੀ ਬਣ ਗਈ ਹੈ, ਉਹਦੇ ਅੰਦਰ ਵਿਕਾਸ ਦੀ ਅਵਸਥਾ ਬਣ ਗਈ ਹੈ। ਉਹਦੇ ਅੰਦਰ ਇਹ ਕਹਿ ਲਈਏ ਹਮੇਸ਼ਾ ਜਿਹੜੀ ਇਹ ਕਹਿ ਦੂਜੇ ਲਫ਼ਜ਼ਾਂ 'ਚ ਕਹਿ ਲਈਏ ਵੀ ਅੰਦਰੋਂ ਉਹਦੇ ਇਹ ਬੋਲ ਨਿਕਲਦਾ ਹੀ ਨਹੀਂ ਮਾੜਾ ਕੋਈ ਮਾੜਾ ਹੈ। ਇਹ ਲਫ਼ਜ਼ ਜਿਹੜੇ ਉਹਦੇ ਅੰਦਰ ਇੰਨੇ ਵਿਸ਼ਾਲ ਹੋ ਜਾਂਦੇ ਨੇ, ਇੰਨੀ ਉਹਦੀ ਸੋਚ ਵਿਸ਼ਾਲ ਹੋ ਜਾਂਦੀ ਹੈ। ਉਹਦੇ ਹਿਰਦੇ ਵਿੱਚ ਤਾਂ ਪ੍ਰੇਮ ਦੀਆਂ ਤਰੰਗਾਂ ਫੁੱਟਦੀਆਂ ਨੇ, ਪ੍ਰੇਮ ਦੀਆਂ, ਨਾ ਕਿ ਨਫ਼ਰਤ ਦੀਆਂ, ਵੈਰ ਵਿਰੋਧ ਦੀਆਂ। ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਜਾਂਦਾ। ਜਿਵੇਂ ਜਿਵੇਂ ਇਹ ਪ੍ਰੇਮ ਦੀਆਂ ਮੰਗਾਂ ਜਿਹੜੀਆਂ ਫੁੱਟਦੀਆਂ ਨੇ, ਜਿਨ੍ਹਾਂ ਤੋਂ ਫਿਰ ਉਹਦਾ ਭਾਵ ਜਿਹੜਾ ਹੈ, ਉਹਦਾ ਮਿੱਠਾ ਸਰੂਪ ਅਨੁਭਵ ਹੁੰਦਾ ਹੈ। ਉਹ ਭਾਵ ਦਾ ਉਹ ਜਿਹੜਾ ਭਾਵ ਦੀ ਗੱਲ ਗੁਰੂ ਪਾਤਸ਼ਾਹ ਨੇ ਕੀਤੀ ਨਾ, ਉਹ ਮਿੱਠਾ ਜਿਹਾ ਸਰੂਪ ਫਿਰ ਸਾਨੂੰ ਅੰਦਰ ਮਹਿਸੂਸ ਹੁੰਦਾ। ਇੱਥੇ ਫਿਰ ਵੈਰੀ ਮਿੱਤਰ, ਦੁਸ਼ਮਣ, ਵਿਰੋਧੀ, ਮੇਰਾ ਵੈਰੀ ਹੈ, ਮੇਰੀ ਨਫ਼ਰਤ ਹੈ, ਇੱਥੇ ਉਹ ਗੱਲ ਜਿਹੜੀ ਖਤਮ ਹੋ ਜਾਂਦੀ। ਦੂਜੇ ਲਫ਼ਜ਼ਾਂ 'ਚ ਕਹਿ ਲਈਏ ਕਿ ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ ਦੀ ਜਿਹੜੀ ਬਿਰਤੀ ਸੀ ਇਨਸਾਨ ਦੀ, ਉਹ ਜਿਹੜੀ ਮੁੱਕਦੀ ਜਾਂਦੀ ਹੈ, ਉਹ ਬਦਲ ਜਾਂਦੀ ਹੈ। ਹੁਣ ਇਹਨਾਂ ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਜਾਂਦੀ ਹੈ। ਜਿਹੜੀ ਰਜੋ ਗੁਣ ਦੀ, ਤਮੋ ਗੁਣ ਦੀ, ਸਤੋ ਗੁਣ ਦੀ ਸੀ, ਹੁਣ ਇੱਥੇ ਇੱਕ ਸਦੀਵ ਜਾਗਰਤੀ ਹੈ, ਸਦਾ ਆਨੰਦ ਹੈ। ਇੱਥੇ ਕੂੜ ਦੀ ਪਾਲ ਟੁੱਟੀ ਹੈ। ਕੂੜ ਦੀ ਪਾਲ ਜਿਹੜੀ ਅੰਦਰ ਸੀ, ਉਹ ਕਿਵੇਂ ਸਚਾਰਾ ਹੋਈ ਹੈ ਕਿ ਕੂੜਾ ਟੁੱਟੇ ਪਾਲ ਦੀ ਗੱਲ ਉਹ ਹੋਈ ਹੈ ਵੀ ਜਦੋਂ ਹਰ ਪਾਸੇ ਕਰਤਾਰ ਦੀ ਕੁਦਰਤ, ਉਸ ਕਾਦਰ ਦੇ ਕੁਦਰਤ ਵਿੱਚ ਵਸਿਆ ਹੋਇਆ ਕਾਦਰ ਤੇ ਵਿਸਮਾਦ ਦੇ ਵਿੱਚ ਜਾ ਕੇ ਅੰਦਰੋਂ ਆਵਾਜ਼ ਨਿਕਲੇ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ। ਹਰ ਪਾਸੇ ਉਹਦਾ ਦੀਦਾਰ, ਉਹਦੇ ਦਰਸ਼ਨ, ਹਰ ਬੰਦੇ 'ਚ ਉਹਦੀ ਜੋਤ ਦਾ ਪ੍ਰਗਟਾਅ ਹੋ ਜਾਣਾ, ਇਹੋ ਵਿਕਾਸ ਹੈ। ਹੁਣ ਇੱਥੇ ਇਹਨੂੰ ਇਨਸਾਨ ਜਿਹੜਾ ਹੈ, ਉਦੋਂ ਇਹ ਕਹਿ ਲਈਏ ਫਿਰ ਉਹ ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ ਦੀ ਗੱਲ ਕਰਦਾ, ਸੱਚੇ ਲੋਹ, ਸੱਚੇ ਆਕਾਰ ਦੀ ਗੱਲ ਕਰਦਾ। ਇੱਥੇ ਉਹ ਛੋਟੀ ਮੋਟੀ ਸੋਚ ਨਹੀਂ ਹੈ, ਉਸੇ ਖੰਡੇ ਬ੍ਰਹਮੰਡਾਂ ਨੂੰ ਸੱਚ ਦੀ ਗੱਲ ਕਰਦਾ ਹੈ, ਲੋਹ ਆਕਾਰ ਦੀ ਗੱਲ ਸੱਚੀ ਕਰਦਾ ਹੈ। ਪੂਰੀ ਪੌੜੀ ਆਸਾ ਕੀ ਵਾਰ ਵਿੱਚ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਉਹ ਸਮਝਾ ਦਿੱਤੀ ਹੈ ਵੀ ਸੱਚੇ ਲੋਹ ਹਨ, ਸੱਚੇ ਆਕਾਰ, ਸੱਚੇ ਖੰਡ ਹਨ, ਸੱਚੇ ਬ੍ਰਹਮੰਡ ਹਨ। ਇੱਥੇ ਸਭ ਕਰਤੇ ਦੇ ਸੱਤ ਸਰੂਪ ਹੀ ਨਜ਼ਰ ਆਉਂਦੇ ਨੇ। ਉਸ ਕਰਤੇ ਦਾ ਸੱਤ ਸਰੂਪ ਹੀ ਸਾਰਿਆਂ ਵਿੱਚੋਂ ਨਜ਼ਰ ਆਉਂਦਾ ਹੈ।
ਇੱਥੇ ਫਿਰ ਮੈਂ ਦੀ ਧੁਨ ਜਿਹੜੀ ਬਦਲ ਕੇ ਤੂੰ ਦੇ ਵਿੱਚ ਚਲੀ ਜਾਂਦੀ ਹੈ। ਇੱਥੇ ਤਾਂ ਫਿਰ ਤੂੰ ਕਰਤਾ, ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਦੀ ਜੇ ਅਵਸਥਾ ਮੁੱਕ ਜਾਂਦੀ ਹੈ। ਤੂੰ ਕਰਤਾ ਦੀ ਗੱਲ ਗੁਰੂ ਪਾਤਸ਼ਾਹ ਨੇ ਕੀਤੀ ਹੈ ਵੀ ਤੂੰ ਕਰਤਾ ਦੀ ਹੈ। ਵਿਸਮਾਦ ਵਿਗਾਸ ਹੋਰ ਕੀ ਹੈ, ਇਹੋ ਹੀ ਹੈ। ਫਿਰ ਹਰ ਪਾਸੇ ਤੂੰ ਹੀ ਇਹ ਜ਼ਬਾਨ ਬੋਲਦੀ ਹੈ, ਔਰ ਇਹ ਲਗਾਤਾਰ ਮਹਿਸੂਸ ਵੀ ਕਰਦੀ ਹੈ। ਕਈ ਵਾਰ ਬੋਲਦੀ ਨਹੀਂ ਹੈ, ਇਹਦੀ ਅਹਿਸਾਸ, ਇਹਦੇ ਮਹਿਸੂਸ ਵੀ ਇਹ ਹੁੰਦਾ ਹੈ। ਇਹੋ ਹੀ ਹੈ ਹੁਕਮ ਵਿੱਚ ਤੁਰਨ ਦੀ ਗੱਲ, ਇਹੋ ਹੀ ਹੁਕਮ ਰਜਾਈ ਚੱਲਣ ਦੀ ਗੱਲ ਹੈ। ਇਹੋ ਹੀ ਹੁਕਮ ਦੀ ਰਜਾ ਵਿੱਚ ਤੂੰ ਹੀ ਕਹਿਣਾ ਹੀ ਇਹ ਹੁਕਮ ਦਾ ਸਿਖਰ ਹੈ, ਹੁਕਮ ਮੰਨਣ ਦਾ ਸਿਖਰ ਹੈ। ਜਦੋਂ ਇਹ ਹੁਕਮ ਮੰਨਣ ਦਾ ਸਿਖਰ ਆਉਂਦਾ ਹੈ, ਫਿਰ ਉਦੋਂ ਭਾਵੇਂ ਇਹ ਮਾਛੀਵਾੜੇ ਦੇ ਕੰਢੇ ਹੋਣ ਤੇ ਭਾਵੇਂ ਆਨੰਦਪੁਰ ਦਾ ਤਾਜ ਹੋਵੇ, ਇਹ 'ਚ ਫਰਕ ਨਜ਼ਰ ਨਹੀਂ ਆਉਂਦਾ। ਇਹ ਸਰਹੰਦ ਦੀਆਂ ਦੀਵਾਰਾਂ ਹੋਣ, ਖੜੀਆਂ ਹੋਣ ਉੱਥੇ, ਤੇ ਇੱਕ ਪਾਸੇ ਰਾਜ ਭਾਗ ਦੇ ਲਾਲਚ ਹੋਣ, ਉੱਥੇ ਫਰਕ ਨਜ਼ਰ ਨਹੀਂ ਆਉਂਦਾ। ਉੱਥੇ ਅਵਸਥਾ ਇੰਨੀ ਉੱਚੀ ਹੋ ਜਾਂਦੀ, ਉੱਥੇ ਉਮਰ ਦਾ ਵੀ ਕੋਈ ਤਕਾਜ਼ਾ ਨਹੀਂ ਹੈ ਕਿ ਕੋਈ 7 ਸਾਲ ਦਾ ਹੈ, ਕੋਈ 9 ਸਾਲ ਦਾ ਹੈ, ਕੋਈ 6 ਸਾਲ ਦਾ, ਕੋਈ 8 ਸਾਲ ਦਾ ਹੈ। ਉੱਥੇ ਉਮਰ ਦਾ ਵੀ ਕੋਈ ਤਕਾਜ਼ਾ ਨਹੀਂ ਹੈ। ਉੱਥੇ 95 ਸਾਲ ਦਾ ਵੀ, ਉੱਥੇ 5 ਸਾਲ ਦਾ, 7 ਸਾਲ ਦਾ ਵੀ ਗੁਰੂ ਦੇ ਉੱਤੇ ਬਲਿਹਾਰ ਸਦਕੇ ਕੁਰਬਾਨ ਹੋਣ ਦੀ ਗੱਲ ਅਵਸਥਾ ਚਲਾ ਜਾਂਦਾ। ਇਹ ਨਾ ਸੋਚੀਏ ਕਿ ਅਜੇ ਉਮਰ ਛੋਟੀ ਹੈ, ਉਮਰ ਵੱਡੀ ਹੈ, ਇਹ ਉਮਰ ਦਾ ਤਕਾਜ਼ਾ ਮੁੱਕ ਜਾਂਦਾ ਹੈ। ਉਸ ਅਵਸਥਾ ਦੇ ਵਿੱਚ ਵਾਹਿਗੁਰੂ ਦੇ ਨਾਲ ਚਰਨ ਕਮਲ ਦੀ ਜਿਹੜੀ ਵਾਹਿਗੁਰੂ ਦੇ ਚਰਨ ਕਮਲ ਦੀ ਮੌਜ ਹੈ, ਉਹ ਇੱਕ ਮਹਿਸੂਸ ਜਿਹੀ ਹੁੰਦੀ ਹੈ। ਉੱਥੇ ਕਹਿੰਦਾ ਫਿਰ ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਇਸ ਅਵਸਥਾ ਦਾ ਮਨੁੱਖ ਜਿਹੜਾ ਹੈ ਉਹ ਧਾਰਨ ਹੋ ਜਾਂਦਾ ਹੈ। ਤੇ ਇਹ ਜਦੋਂ ਮੌਜ ਵਿੱਚੋਂ ਫਿਰ ਦੂਜੇ ਲਫ਼ਜ਼ਾਂ 'ਚ ਮੈਂ ਕਹਿ ਦਿਆਂ ਵੀ ਅੰਮ੍ਰਿਤ ਰਸ ਇੱਕ ਚੋਂਦਾ ਹੈ, ਮਹਿਸੂਸ ਹੁੰਦਾ ਹੈ। ਅੰਤਰਾਤਮੇ ਇੱਕ ਰਸ ਮਹਿਸੂਸ ਹੁੰਦਾ ਹੈ, ਜਿਵੇਂ ਉਹ ਸਵੰਤੀ ਬੂੰਦ ਪਵੀਹੇ ਦੀ ਚੋਟੀ ਵਿੱਚ ਪੈ ਕੇ ਉਹਨੂੰ ਤ੍ਰਿਪਤ ਕਰ ਦਿੰਦੀ ਹੈ। ਇਸੇ ਤਰ੍ਹਾਂ ਹੀ ਇਸ ਜਗਿਆਸੂ ਨੂੰ ਉਹ ਵਾਹਿਗੁਰੂ ਦੇ ਨਾਮ ਦਾ ਉਹ ਆਨੰਦ ਜਿਹੜਾ ਹੈ ਅੰਦਰੋਂ ਤ੍ਰਿਪਤ ਕਰ ਦਿੰਦਾ ਹੈ। ਇੱਥੇ ਦੁੱਖ ਸੁੱਖ, ਜੀਵਨ ਮਰਨ ਤੋਂ ਸੋਚ ਜਿਹੜੀ ਹੈ ਉਹ ਤਾਂ ਉੱਠ ਜਾਂਦੀ ਹੈ। ਤਾਂ ਇਹ ਸਾਰਾ ਸੰਸਾਰ ਉਸ ਵਾਹਿਗੁਰੂ ਦਾ ਆਪਣਾ ਘਰ ਨਜ਼ਰ ਆਉਂਦਾ ਹੈ, ਤੇ ਉੱਥੇ ਪਰਾਈ ਤਾਤ ਜਿਹੜੀ ਹੈ ਜਾਂ ਦੂਈ ਦਵੈਖ ਦੀ ਜਿਹੜੀਆਂ ਲਕੀਰਾਂ ਖਿੱਚੀਆਂ ਹੋਈਆਂ ਨੇ ਉਹ ਮਿਟ ਜਾਂਦੀਆਂ ਹਨ। ਵਾਹਿਗੁਰੂ ਦੇ ਨਾਲ ਮਿਲਾਪ ਦੇ ਅਵਸਥਾ ਤੱਕ ਅਸੀਂ ਪਹੁੰਚ ਜਾਂਦੇ ਹਾਂ। ਇੱਥੇ ਆ ਕੇ ਮਨੁੱਖ ਕਹਿੰਦਾ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਵਾਂਗੂ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰਾ ਰਾਜਨ, ਬਿਨਸਿਓ ਢੀਠਾ ਅੰਮ੍ਰਿਤ ਬੂਠਾ, ਸ਼ਬਦ ਲਗੋ ਗੁਰ ਮੀਠਾ, ਜਲ ਥਲ ਮਈਲ ਸਰਵ ਨਿਵਾਸੀ, ਨਾਨਕ ਰਮਈਆ ਡੀਠਾ। ਗੁਰੂ ਨੇ ਇੰਨੀ ਬਖਸ਼ਿਸ਼, ਇੱਥੇ ਅਵਸਥਾ ਦੀਆਂ ਗੱਲਾਂ ਸਾਰਾ ਜ਼ਿਕਰ ਕਰਕੇ ਭਲਿਓ ਇਹ ਗੁਰੂ ਨਾਨਕ ਜੀ ਆਪਣੇ ਆਪ ਨੂੰ ਸ਼ਾਮਿਲ ਕਰਕੇ ਮਾੜੇ ਚੰਗੇ ਮਾੜਿਆਂ ਦੇ ਵਿੱਚ ਵੀ ਤੇ ਸਾਨੂੰ ਇਹੋ ਗੱਲ ਸਮਝਾ ਦਿੱਤੀ ਵੀ ਮੇਰ ਤੇਰ ਦੀਆਂ ਕੰਧਾਂ ਨੂੰ ਹਟਾਓ। ਜਦ ਤੱਕ ਵਿਸਮਾਦ ਦੀ ਅਵਸਥਾ ਤੇ ਪਹੁੰਚਣਾ ਹੈ ਤਾਂ ਫਿਰ ਮੇਰਾ ਤੇਰਾ ਦਾ ਭੇਦ ਜਿਹੜਾ ਹੈ ਉਹ ਤੁਹਾਡੇ 'ਚ ਇੱਕ ਰੁਕਾਵਟ ਤੇ ਕੂੜ ਦੀ ਕੰਧ ਹੈ। ਇਸ ਵਾਸਤੇ ਨਿਰੰਕਾਰ ਨੂੰ ਦੇਖੋ, ਉਹਦੇ ਹੁਕਮ ਨੂੰ ਪਛਾਣੋ, ਹੁਕਮੀ ਬੰਦਾ ਬਣੋ, ਹੁਕਮੀ ਬੰਦਾ ਬਣ ਕੇ ਕਰਤਾਰ ਦੇ ਦਰ ਤੇ ਅਸੀਂ ਪ੍ਰਵਾਨ ਹੋਈਏ। ਤੋ ਸਤਿਗੁਰ ਪਾਤਸ਼ਾਹ ਜੀ ਨੇ ਅੱਜ ਬਖਸ਼ਿਸ਼ ਕਰਕੇ ਸੇਵਾ ਲਈ ਵੀਰ ਪ੍ਰਭ ਕੀਰਤਨ ਸਿੰਘ ਜੀ ਕੋਲੋਂ। ਬਹੁਤ ਹੀ ਪਿਆਰੇ ਬੋਲ ਸਨ ਜਿਹੜੇ ਅੱਜ ਉਹਨਾਂ ਨੇ ਸਾਨੂੰ ਸਮਝਾਏ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਮੈਂ ਬੇਨਤੀ ਕਰ ਰਿਹਾ ਵੀਰ MP ਸਿੰਘ ਜੀ ਨੂੰ ਜਾਂ ਵੀਰ ਰਾਜਾ ਸਿੰਘ ਜੀ ਨੂੰ, ਜੋ ਕੋਈ ਨਵੇਂ ਹਨ ਤਾਂ ਸਾਡੇ ਨਾਲ ਜਾਣਕਾਰੀ ਕਰਾ ਦਿਓ। ਉਸ ਤੋਂ ਬਾਅਦ ਵੀਰ MP ਸਿੰਘ ਜੀ ਸਵਾਲ ਜਵਾਬ ਜਿਹੜੇ ਲੈ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।